ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਅਸੀਂ ਕੋਈ ਬਹੁਤ ਲੰਬੇ ਚੌੜੇ ਮਸਲੇ ਨਹੀਂ ਚੁੱਕਾਂਗੇ, ਬਲਕਿ ਇਤਿਹਾਸ ਦੇ ਕਾਲ ਚੱਕਰ ਦੇ ਨਾਲ ਜਿਹੜੀ ਚੀਜ਼ ਕਈ ਦਫਾ ਚਿਤ ਚੇਤੇ ਵੀ ਨਹੀਂ ਹੁੰਦੀ, ਉਹ ਉੱਭਰ ਕੇ ਸਾਹਮਣੇ ਆ ਜਾਂਦੀ ਹੈ। ਔਰ ਉਹ ਘਟਨਾ ਜਿਹੜੀ ਅੱਜ ਤੋਂ 30 ਸਾਲ ਪਹਿਲੇ ਦਿੱਲੀ ਦੇ ਗਲੀਆਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਚੁਣ ਚੁਣ ਕੇ, ਜਿਸ ਨੂੰ ਐਥਨਿਕ ਕਲੀਨਜ਼ਿੰਗ ਕਿਹਾ ਜਾਂਦਾ ਹੈ, ਕਿ ਪੂਰੀ ਦੀ ਪੂਰੀ ਕਮਿਊਨਿਟੀ ਦਾ ਕਤਲੇਆਮ ਕੀਤਾ ਜਾਏ, ਉਹਨਾਂ ਦੀ ਪਛਾਣ ਕਰਕੇ, ਉਹਨਾਂ ਦੀ ਨਿਸ਼ਾਨਦੇਹੀ ਕਰਕੇ, ਔਰ ਫਿਰ ਜਿਸ ਤਰ੍ਹਾਂ ਦਾ ਸਰਕਾਰੀ ਪੱਧਰ ਦੇ ਉੱਤੇ ਇਹ ਕੰਮ ਕੀਤਾ ਜਾਏ। ਇਸ ਤਰ੍ਹਾਂ ਦੀ ਇਹ ਕਲੀਨਜ਼ਿੰਗ ਪਹਿਲੀ ਵਾਰ ਨਹੀਂ ਹੋਈ। ਇਸ ਤੋਂ ਪਹਿਲਾਂ ਵੀ ਦਿੱਲੀ ਐਸੇ ਕਈ ਹਾਦਸੇ ਵੇਖ ਚੁੱਕੀ ਹੈ, ਭਾਵੇਂ ਉਹ ਨਾਦਰ ਦੇ ਵੇਲੇ ਹੋਏ, ਭਾਵੇਂ ਉਹ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਹੋਏ, ਜਾਂ ਉਸ ਤੋਂ ਪਹਿਲਾਂ ਜਿਹੜੇ ਹਮਲੇ ਹੋਏ ਹਨ। ਪਰ ਉਹ ਇਤਿਹਾਸ ਦਾ ਅੰਗ ਹਨ, ਪਰ ਲੱਗਦਾ ਹੈ ਇਤਿਹਾਸ ਮੁੜ ਮੁੜ ਦੁਹਰਾਉਂਦਾ ਹੈ। ਔਰ ਜੇਕਰ ਉਸ ਇਤਿਹਾਸ ਤੋਂ ਸਬਕ ਨਾ ਸਿੱਖਿਆ ਜਾਏ, ਜੇਕਰ ਉਸ ਇਤਿਹਾਸ ਦੇ ਲਈ ਕੋਈ ਨਾ ਕੋਈ ਆਉਣ ਵਾਲੇ ਨਸਲਾਂ ਲਈ ਕੋਈ ਕਾਰਵਾਈ ਨਾ ਕੀਤੀ ਜਾਏ, ਤਾਂ ਕੇਵਲ ਉਸ ਨੂੰ ਇੱਕ ਪਾਸੇ ਕਰ ਦੇਣ ਦੇ ਨਾਲ, ਅੱਖਾਂ ਬੰਦ ਕਰ ਦੇਣ ਦੇ ਨਾਲ, ਜਾਂ ਇਹ ਕਹਿ ਲਿਆ ਜਾਏ ਕਿ ਤੁਸੀਂ ਹੁਣ ਇਸ ਨੂੰ ਭੁੱਲ ਜਾਓ, ਭੁਲਾ ਦਿਓ, ਤਾਂ ਸ਼ਾਇਦ ਇਹ ਕਦੇ ਵੀ ਨਹੀਂ ਹੁੰਦਾ। ਇਤਿਹਾਸ ਦੇ ਵਿੱਚ ਵੀ ਗਵਾਹ, ਇਤਿਹਾਸ ਵੀ ਗਵਾਹ ਹੈ, ਜਦੋਂ ਵੀ ਕੋਈ ਜ਼ੁਲਮ ਹੁੰਦਾ ਹੈ, ਜਦੋਂ ਵੀ ਕੋਈ ਇਸ ਤਰ੍ਹਾਂ ਦਾ ਅਤਿਆਚਾਰ ਹੁੰਦਾ ਹੈ ਜਿਸ ਦੇ ਨਾਲ ਇਨਸਾਨੀਅਤ ਦੀ ਰੂਹ ਕੰਬਦੀ ਹੈ, ਤਾਂ ਉਹ ਆਪਣੀ ਛਾਪ ਬਹੁਤ ਹੀ ਅਮਿੱਟ ਰੂਪ ਵਿੱਚ, ਅਮਿੱਟਵੇਂ ਰੂਪ ਵਿੱਚ ਛੱਡ ਜਾਂਦਾ ਹੈ, ਔਰ ਜਿਸ ਨੂੰ ਸਦੀਆਂ ਵੀ ਨਹੀਂ ਮਿਟਾ ਸਕਦੀਆਂ। ਉਹ ਇਤਿਹਾਸ ਦਾ ਇੱਕ ਐਸਾ ਕਲੰਕਤ ਧੱਬਾ ਬਣ ਜਾਂਦਾ ਹੈ ਜਿਹੜਾ ਮਿਟਿਆ ਨਹੀਂ ਜਾ ਸਕਦਾ। ਜੇਕਰ ਕਹਿ ਲਿਆ ਜਾਏ ਹਜ਼ਰਤ ਈਸਾ ਮਸੀਹ ਦਾ ਸੂਲੀ ਦੇ ਉੱਤੇ ਚੜਾਏ ਜਾਣਾ, ਜੇਕਰ ਹਸਨ ਹੁਸੈਨ ਦਾ ਕਤਲ ਕੀਤਾ ਜਾਣਾ, ਜੇਕਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਤਾਂ ਇਹ ਜਿਹੜੀਆਂ ਵੀ ਘਟਨਾਵਾਂ ਇਸ ਤਰ੍ਹਾਂ ਦੀਆਂ ਹੋਣਗੀਆਂ, ਉਹ ਇਤਿਹਾਸ ਦੇ ਵਿੱਚ ਸਦੀਵ ਕਾਲ ਲਈ ਅੰਕਿਤ ਕਰ ਦਿੱਤੀਆਂ ਜਾਂਦੀਆਂ ਹਨ, ਔਰ ਚਾਹ ਕੇ ਵੀ ਕੋਈ ਉਸ ਨੂੰ ਮਿਟਾ ਨਹੀਂ ਸਕਦਾ। ਹਾਂ, ਕਾਤਲ ਦੇ ਕੋਲ, ਜ਼ੁਲਮ ਕਰਨ ਵਾਲੇ ਦੇ ਕੋਲ ਇੱਕ ਮੌਕਾ ਹੁੰਦਾ ਹੈ, ਉਹ ਆਪਣੀ ਹਯਾਤੀ ਵਿੱਚ, ਆਪਣੀ ਹੋਂਦ ਵਿੱਚ ਉਸ ਦੇ ਉੱਤੇ ਪਛਚਾਤਾਪ ਕਰਕੇ ਉਸ ਚੀਜ਼ ਨੂੰ ਦਰੁਸਤ ਕਰ ਲਵੇ। ਪਰ ਜੋ ਨਹੀਂ ਕਰਦਾ, ਤਾਂ ਉਸ ਦੇ ਲਈ ਗੁਰਬਾਣੀ ਦਾ ਅਟਲ ਵਾਕ ਹੈ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਹੂ ਹਰ ਸਮਾਨ ਨਹੀਂ ਰਾਜਾ। ਔਰੰਗਜ਼ੇਬ ਦੀ ਮਿੱਟੀ ਦੀ ਮਜ਼ਾਰ ਪੁਕਾਰ ਪੁਕਾਰ ਕੇ ਸਨੇਹਾ ਦੇ ਰਹੀ ਹੈ। ਬਹੁਤ ਸੁੰਦਰ ਕਿਸੇ ਨੇ 2 ਲਾਈਨਾਂ ਕਹੀਆਂ ਸੀ ਕਿ ਜ਼ੁਲਮ ਦੀ ਹੱਦ ਹੁੰਦੀ ਹੈ, ਜ਼ੁਲਮ ਨੂੰ ਕਰਕੇ ਉਸ ਦੀ ਕੋਈ ਬੁਨਿਆਦ ਹੁੰਦੀ ਹੈ, ਉਸ ਦੀ ਕੋਈ ਲਿਮਿਟ ਹੁੰਦੀ ਹੈ, ਉਸ ਤੋਂ ਵੱਧ ਨਹੀਂ ਕਰ ਸਕਦਾ। ਕੋਈ ਵੀ ਜ਼ਾਲਮ ਭਾਵੇਂ ਕਿਤਨਾ ਵੱਡਾ ਕਿਉਂ ਨਾ ਹੋਏ, ਭਾਵੇਂ ਉਹ ਹਲਾਕੂ ਹੋਏ, ਭਾਵੇਂ ਤੈਮੂਰ ਹੋਏ, ਭਾਵੇਂ ਔਰੰਗਜ਼ੇਬ ਹੋਏ, ਜਾਂ ਫਿਰ ਹਿਟਲਰ ਹੋਏ, ਇੱਕ ਜਗ੍ਹਾ 'ਤੇ ਜਾ ਕੇ ਰੁਕ ਜਾਂਦਾ ਹੈ। ਪਰ ਜਿਹੜੇ ਦਾਗ ਹਨ ਉਹ ਅਮਿੱਟਵੇਂ ਹਨ, ਉਹ ਸਦੀਵੀ ਹੁੰਦੇ ਹਨ। ਤਾਈਓ ਤਾਂ ਕਿਹਾ ਹੈ ਕਿ ਲਮਹੋਂ ਨੇ ਖਤਾ ਕੀ ਹੈ, ਸਦੀਆਂ ਨੇ ਸਜ਼ਾ ਪਾਈ ਹੈ। ਇਸੇ ਲਈ ਬਹੁਤ ਸੋਹਣਾ ਕਿਸੇ ਨੇ ਜ਼ਿਕਰ ਕੀਤਾ ਸੀ ਕਿ ਜ਼ੁਲਮ ਤੋਂ ਜ਼ੁਲਮ ਹੈ, ਬਰਪੇਗਾ तो थम जाएगा, जुल्म रुक जाएगा, किधरे आके रुकना पड़ेगा। जुल्म तो जुल्म है,
बरपेगा तो थम जाएगा, लहू तो लहू है, टपकेगा तो जम जाएगा। 1984 ਦੇ ਵਿੱਚ ਜੋ ਕੁਝ ਹੋਇਆ, ਹੁਣ ਜਿਨ੍ਹਾਂ ਦੇ ਸਿਰ ਦੇ ਉੱਤੇ ਉਸ ਦਾ ਦੋਸ਼ ਸੀ, ਉਹਨਾਂ ਨੇ ਆਪ ਹੀ ਇਸ ਗੱਲ ਨੂੰ ਤਸਲੀਮ ਕਰ ਲਿਆ ਕਿ ਹਾਂ, ਸਾਡੇ ਵਿੱਚੋਂ ਕੁਝ ਲੋਕ ਇਸ ਦੇ ਵਿੱਚ ਸ਼ਾਮਲ ਸਨ। ਦਰਅਸਲ ਇਸ ਤੋਂ ਪਹਿਲੇ ਕਾਤਲ ਤੇ ਮਕਤੂਲ ਦੋਨਾਂ ਦੇ ਨੁਮਾਇੰਦਾ ਜਮਾਤਾਂ ਵੱਲੋਂ ਗੰਭੀਰਤਾ ਦੇ ਨਾਲ ਇਸ ਮਸਲੇ ਦਾ ਹੱਲ ਕਰਨ ਲਈ ਮੰਨ ਲੈਣਾ ਪਏਗਾ, ਕਦੇ ਵੀ ਉਪਰਾਲਾ ਨਹੀਂ ਹੋਇਆ। ਰਾਜਸੀ ਸੱਤਾ ਇਸ ਦੇ ਵਿੱਚ ਰੁਕਾਵਟ ਬਣਦੀ ਰਹੀ, ਪਰ ਹੁਣ ਦਿੱਲੀ ਦੇ ਵਿੱਚ ਭਾਵੇਂ ਥੋੜ੍ਹੇ ਚਿਰ ਲਈ, ਭਾਵੇਂ ਇੱਕ ਅਜੀਬ ਤਰੀਕੇ ਦੇ ਨਾਲ, ਭਾਵੇਂ ਘੱਟ ਗਿਣਤੀ ਦੀ ਸਰਕਾਰ ਆਈ ਔਰ ਉਸਨੇ ਆਉਂਦੇ ਸਾਰ ਐਲਾਨ ਕਰ ਦਿੱਤਾ ਕਿ ਅਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕਰਾਂਗੇ, ਔਰ ਉਸ ਦੇ ਲਈ ਨਾ ਕੇਵਲ ਐਲਾਨ ਕੀਤਾ ਬਲਕਿ ਗਵਰਨਰ ਨੂੰ ਮਿਲ ਕੇ ਇਸ ਦੀ ਮੰਗ ਵੀ ਕੀਤੀ, ਜਿਸ ਦੇ ਨਾਲ ਇੱਕ ਰਾਜਨੀਤਿਕ ਤੂਫਾਨ ਖੜਾ ਹੋ ਗਿਆ। ਔਰ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਮਕਤੂਲ ਹਨ, ਉਹਨਾਂ ਦੇ ਨੁਮਾਇੰਦਾ, ਉਹਨਾਂ ਦੇ ਆਗੂ ਕਹਿ ਰਹੇ ਹਨ ਕਿ ਇਸ ਦੀ ਜ਼ਰੂਰਤ ਨਹੀਂ, ਔਰ ਜਿਨ੍ਹਾਂ ਦੇ ਉੱਤੇ ਦੋਸ਼ ਹੈ ਉਹ ਕਹਿ ਰਹੇ ਹਨ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ, ਭੁਲਾ ਦਿੱਤਾ ਜਾਏ, ਭੁੱਲ ਜਾਇਆ ਜਾਏ। ਪਰ ਇਸ ਦੇ ਵਿੱਚ ਇੱਕ ਜਿਹੜੀ ਤੀਜੀ ਧਿਰ ਖੜੀ ਹੋ ਗਈ ਹੈ ਕਿ ਇਸ ਦਾ ਨਿਰਣਾ ਆਉਣਾ ਚਾਹੀਦਾ। ਇਹ ਹੁਣ ਪਤਾ ਨਹੀਂ, ਵਕਤ, ਰਾਜਨੀਤੀ, ਪੈਂਤੜੇ, ਸ਼ਤਰੰਜ, ਇਹ ਬਾਜ਼ੀਆਂ ਹਨ ਕਿ ਕਿਹੜੇ ਪਾਸੇ ਨੂੰ ਚਾਲਾਂ ਚੱਲੀਆਂ ਜਾਂਦੀਆਂ ਹਨ। ਪਰ ਜੇਕਰ SIT ਦਾ ਗਠਨ ਹੋ ਜਾਂਦਾ ਹੈ ਤਾਂ ਸ਼ਾਇਦ ਇਹ ਭਾਰਤ ਦੇ ਇਤਿਹਾਸ ਵਿੱਚ ਇਤਿਹਾਸਕ ਘਟਨਾ ਹੋਏਗੀ। ਔਰ ਅਗਰ ਉਹ ਗੱਲਾਂ ਖੁੱਲ੍ਹ ਕੇ ਸਾਹਮਣੇ ਆਉਣ, ਕਿਉਂਕਿ ਇਸ ਤੋਂ ਪਹਿਲਾਂ ਤਕਰੀਬਨ 8 ਕਮਿਸ਼ਨ ਬਣੇ ਹਨ, ਪਰ ਹਰ ਕਮਿਸ਼ਨ ਦਾ ਕੰਮ ਉਸ ਮਸਲੇ ਨੂੰ ਦਬਾ ਦੇਣਾ, ਭੁੱਲ ਜਾਣਾ, ਭੁਲਾ ਜਾਣਾ ਔਰ ਉਸ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਨਾ ਹੁੰਦਾ ਸੀ। ਔਰ ਦੂਸਰੀ ਗੱਲ, ਉਹ ਕਮਿਸ਼ਨ ਸਨ, ਉਹ ਕਮਿਸ਼ਨ ਲੋਕਾਂ ਦੀਆਂ ਗਵਾਹੀਆਂ ਲੈ ਸਕਦੇ ਸਨ, ਆਈਆਂ ਹੋਈਆਂ ਗਵਾਹੀਆਂ ਦੇ ਆਧਾਰ ਦੇ ਉੱਤੇ ਫਾਈਲਾਂ ਤਿਆਰ ਕਰਕੇ ਸਰਕਾਰ ਨੂੰ ਦੇ ਸਕਦੇ ਸਨ। ਸਰਕਾਰ ਉਸ ਨੂੰ ਰੱਦ ਵੀ ਕਰ ਸਕਦੀ ਸੀ, ਮੰਨ ਵੀ ਸਕਦੀ ਸੀ ਔਰ ਉਹਦੇ 'ਤੇ ਕੁਝ ਲੀਪਾ ਪੋਤੀ ਵੀ ਕਰ ਸਕਦੀ ਸੀ। ਦੂਸਰਾ ਤਰੀਕਾ ਸੀ ਜਿਹੜੀਆਂ FIR ਦਰਜ ਕਰਨੀਆਂ। FIR ਵੀ ਸੈਂਕੜਿਆਂ ਦੀ ਗਿਣਤੀ ਵਿੱਚ ਦਰਜ ਹੋਈਆਂ, ਪਰ ਚੌਂਕਿ ਸਰਕਾਰ ਦੇ ਅਧੀਨ ਉਹ ਪੁਲਿਸ ਕਰਮਚਾਰੀ ਸਨ ਜਿਹੜੇ ਖੁਦ ਉਸ ਦੇ ਵਿੱਚ ਲਿਪਤ ਸਨ, ਔਰ ਕੋਈ ਹੈਰਾਨੀ ਨਹੀਂ ਕਿ ਉਹਨਾਂ ਨੇ ਇਸ 'ਚੋਂ ਬਹੁਤ ਵੱਡੀ ਗਿਣਤੀ ਵਿੱਚ FIR ਦਾਖਲ ਦਫ਼ਤਰ ਕਰ ਦਿੱਤੀਆਂ, ਖਾਰਜ ਕਰ ਦਿੱਤੀਆਂ ਕਿ ਇਹਨਾਂ ਦੇ ਗਵਾਹ ਨਹੀਂ ਮਿਲ ਰਹੇ, ਇਹਨਾਂ ਦੀ ਐਵੀਡੈਂਸ ਨਹੀਂ ਮਿਲ ਰਹੀ, ਇਹਨਾਂ ਦੇ ਪਤੇ ਨਹੀਂ ਮਿਲ ਰਹੇ, ਇਹਨਾਂ ਦੇ ਟਿਕਾਣੇ ਨਹੀਂ ਮਿਲ ਰਹੇ। ਪਰ ਅੱਜ ਜੋ ਇਹ ਘਟਨਾ ਵਾਪਰੀ ਹੈ, ਇਸ ਦੇ ਨਾਲ ਇੱਕ ਗੱਲ ਬਹੁਤ ਹੀ ਸਪਸ਼ਟ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਈ ਹੈ, ਉਹ ਇਹ ਹੈ ਕਿ ਹੁਣ ਉਸ ਸਮੇਂ ਦੇ ਪੁਲਿਸ ਅਧਿਕਾਰੀ, ਉਸ ਸਮੇਂ ਦੇ ਪੱਤਰਕਾਰ, ਉਸ ਸਮੇਂ ਦੇ ਦੂਸਰੇ ਅਧਿਕਾਰੀ, ਰਾਜਨੀਤਿਕ ਔਰ ਜਿਹੜੇ ਐਡਮਿਨਿਸਟ੍ਰੇਟਰ ਸਨ, ਉਹ ਸਾਰੇ ਖੁੱਲ੍ਹ ਕੇ ਬੋਲਣੇ ਸ਼ੁਰੂ ਹੋ ਗਏ ਹਨ। ਔਰ ਜੇ ਕਿਧਰੇ ਗਠਨ ਹੋ ਜਾਏ, ਹੋ ਸਕਦਾ ਹੈ ਕਿ ਇਹ ਗੱਲ ਛੇਤੀ ਸਾਹਮਣੇ ਆ ਜਾਏ ਕਿ ਕੂੜ ਨਿਖੁੱਟੇ ਨਾਨਕਾ ਔੜ ਸੱਚ ਰਹੀ। ਸੋ ਦੇਖਣਾ ਹੋਏਗਾ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਸਾਲ ਦੀ ਆਰੰਭਤਾ ਹੋਈ ਸੀ ਤਾਂ ਇੱਕ ਬਹੁਤ ਹੀ ਉੱਘੇ ਪੱਤਰਕਾਰ, ਐਨਾਲਿਸਟ ਹਰਤੋਸ਼ ਬੱਲ, ਉਹ ਇਸ ਪ੍ਰੋਗਰਾਮ ਵਿੱਚ ਆਏ ਔਰ ਉਹਨਾਂ ਨੇ ਯਾਦ ਕਰਾਉਂਦਿਆਂ ਕਿਹਾ ਸੀ ਕਿ ਇੱਕ ਗੱਲ ਯਾਦ ਰੱਖਣਾ, ਇਹ 1984 ਦੀ 30ਵੀਂ ਵਰ੍ਹੇਗੰਢ ਹੈ। ਜੇਕਰ ਇਸ ਸਾਲ ਇਹਦੇ ਲਈ ਕੁਛ ਨਾ ਕੀਤਾ ਗਿਆ ਤਾਂ ਫਿਰ ਅਗਲੇ 50 ਸਾਲ ਕੁਛ ਨਹੀਂ ਹੋਏਗਾ। ਇਹ ਇੱਕ ਚੇਤਾਵਨੀ ਵੀ ਸੀ,
ਜਾਂ ਉਹਨਾਂ ਦਾ ਆਲੰਕਣ ਵੀ ਸੀ ਜਾਂ ਐਨਾਲਿਸਿਸ ਵੀ ਸੀ। ਔਰ ਉਸ ਦੇ ਬਾਅਦ ਉਹ ਲਗਾਤਾਰ ਲਿਖਦੇ ਰਹੇ, ਇਸ ਤੋਂ ਪਹਿਲਾਂ ਵੀ ਲਿਖਦੇ ਰਹੇ, ਔਰ ਸ਼ਾਇਦ ਇਹਨਾਂ ਹੀ ਗੱਲਾਂ ਕਰਕੇ ਉਹਨਾਂ ਨੂੰ ਕੀਮਤ ਵੀ ਦੇਣੀ ਪਈ, ਉਹਨਾਂ ਨੂੰ ਆਪਣੀ ਨੌਕਰੀ ਤੋਂ ਜਵਾਬ ਵੀ ਮਿਲਿਆ, ਪਰ ਉਹ ਆਪਣੇ ਰਸਤੇ ਦੇ ਉੱਤੇ ਤੁਰਦੇ ਗਏ। ਅੱਜ ਸਾਡੀ ਕੋਸ਼ਿਸ਼ ਹੋਏਗੀ, ਕਿਉਂਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਉਹਨਾਂ ਨੇ ਕਰਾਈ ਸੀ, ਜੇ ਸਾਨੂੰ ਉਹਨਾਂ ਦੀ ਲਾਈਨ ਮਿਲ ਜਾਂਦੀ ਹੈ ਅਸੀਂ ਚਾਹਾਂਗੇ ਕਿ ਉਹਨਾਂ ਦੇ ਨਾਲ ਗੱਲ ਕਰੀਏ, ਕਿਉਂਕਿ ਉਹਨਾਂ ਦਾ ਵਿਸ਼ਲੇਸ਼ਣ ਬਹੁਤ ਹੀ ਮਹੱਤਵਪੂਰਨ ਹੈ। ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਅਸੀਂ ਹਾਜ਼ਰ ਹੋਵਾਂਗੇ ਔਰ ਕੋਸ਼ਿਸ਼ ਕਰਾਂਗੇ ਜੇ ਹਰਤੋਸ਼ ਬਲ ਦੇ ਨਾਲ ਅਸੀਂ ਲਾਈਨ ਦੇ ਉੱਤੇ ਗੱਲ ਕਰ ਸਕੀਏ। ਇੱਕ ਵਕਫਾ, ਤੁਸੀਂ ਸਾਡੇ ਨਾਲ ਬਣੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਵਿਦਾਸ ਗੁਰੂ ਘਰ ਨੂੰ ਨਿਊਯਾਰਕ ਦੀ ਧਰਤੀ ਤੇ ਬਣਿਆ 25 ਸਾਲ ਪੂਰੇ ਹੋਣ ਜਾ ਰਹੇ ਹਨ। ਇਹ ਮਹਾਨ ਪਵਿੱਤਰ 25ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਵੱਲੋਂ ਆਪ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਹੀ ਪਿਆਰ ਅਤੇ ਸ਼ਰਧਾ ਦੇ ਨਾਲ 2 ਫਰਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਢਾਡੀ ਜਥੇ ਪ੍ਰਚਾਰਕ ਆਪ ਸਰਬੱਤ ਸੰਗਤਾਂ ਦੀ ਸੇਵਾ ਨਿਭਾਉਣ ਦੇ ਲਈ ਪਹੁੰਚ ਰਹੇ ਹਨ। ਉੱਥੇ ਪੰਥ ਦੇ ਮਹਾਨ ਬੁਲਾਰੇ ਗੁਰੂ ਘਰ ਦਾ 25 ਸਾਲਾਂ ਦਾ ਇਤਿਹਾਸ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝਾ ਕਰਨ ਵਾਸਤੇ ਪਹੁੰਚ ਰਹੇ ਹਨ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਆਪ ਜੀ ਆਪਣੇ ਪਰਿਵਾਰਾਂ, ਦੋਸਤਾਂ, ਮਿੱਤਰਾਂ ਸਹਿਤ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਵਧਾਓ ਔਰ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. ਤੇ ਆਪਣੀ ਪਸੰਦ ਦਾ ਫਰਨੀਚਰ ਖਰੀਦੋ। ਬਲਵਿੰਦਰ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 7188494530 or 9177748566. Preet Furniture. Tax Raja. We are tax planners, not just tax preparers. Tax Raja ਕੋਲ ਤਜਰਬੇਕਾਰ CPAs, tax planners ਅਤੇ tax preparers ਹਨ। ਅਸੀਂ individual ਤੇ business tax returns, income tax filing, bookkeeping, payroll, financial statement, free e-file, free tax advice, free review ਤੇ IRS representation ਕਰਦੇ ਹਾਂ। ਜਲਦੀ tax file ਕਰੋ ਅਤੇ ਜਲਦੀ ਹੀ ਫੰਡ ਪਾਓ। Taxi, limousine, construction ਵੀਰਾਂ ਲਈ ਅਤੇ ਨਾਲ ਹੀ ਨਾਲ self employed ਲਈ special price. We have multiple locations. ਅੱਜ ਹੀ ਕਾਲ ਕਰੋ 7188801992. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਵਿਦਾਸ ਗੁਰੂ ਘਰ ਨੂੰ ਨਿਊਯਾਰਕ ਦੀ ਧਰਤੀ ਤੇ ਬਣਿਆ 25 ਸਾਲ ਪੂਰੇ ਹੋਣ ਜਾ ਰਹੇ ਹਨ। ਇਹ ਮਹਾਨ ਪਵਿੱਤਰ 25ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਵੱਲੋਂ ਆਪ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਹੀ ਪਿਆਰ ਅਤੇ ਸ਼ਰਧਾ ਦੇ ਨਾਲ 2 ਫਰਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਢਾਡੀ ਜਥੇ ਪ੍ਰਚਾਰਕ ਆਪ ਸਰਬੱਤ ਸੰਗਤਾਂ ਦੀ ਸੇਵਾ ਨਿਭਾਉਣ ਦੇ ਲਈ ਪਹੁੰਚ ਰਹੇ ਹਨ। ਉੱਥੇ ਪੰਥ ਦੇ ਮਹਾਨ ਬੁਲਾਰੇ ਗੁਰੂ ਘਰ ਦਾ 25 ਸਾਲਾਂ ਦਾ ਇਤਿਹਾਸ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝਾ ਕਰਨ ਵਾਸਤੇ ਪਹੁੰਚ ਰਹੇ ਹਨ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਆਪ ਜੀ ਆਪਣੇ ਪਰਿਵਾਰਾਂ, ਦੋਸਤਾਂ, ਮਿੱਤਰਾਂ ਸਹਿਤ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਵਧਾਓ ਔਰ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अरे हुजूर, सुबह सुबह इतना खूबसूरत तोहफा खास है। रसमलाई, वाह! देसी काजू के दानों से बनी दूध मलाई और मिठास हल्की सी। काजू कतली, बम्बई से लाई? नहीं अंकल जी, शामियाना मिठाई, मेड इन अमेरिका। शामियाना मिठाई, Made pure, made fresh, made here. जो भी पके ऐसा
पके जहाँ भी जो हो खींचा चला आए MBH मसाले किचन किंग हो या गरम मसाला पाव भाजी या चंकी चाट मसाला असली मसाले सच सच MBH ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਵਿਦਾਸ ਗੁਰੂ ਘਰ ਨੂੰ ਨਿਊਯਾਰਕ ਦੀ ਧਰਤੀ ਤੇ ਬਣਿਆ 25 ਸਾਲ ਪੂਰੇ ਹੋਣ ਜਾ ਰਹੇ ਹਨ। ਇਹ ਮਹਾਨ ਪਵਿੱਤਰ 25ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਵੱਲੋਂ ਆਪ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਹੀ ਪਿਆਰ ਅਤੇ ਸ਼ਰਧਾ ਦੇ ਨਾਲ 2 ਫਰਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਢਾਡੀ ਜਥੇ ਪ੍ਰਚਾਰਕ ਆਪ ਸਰਬੱਤ ਸੰਗਤਾਂ ਦੀ ਸੇਵਾ ਨਿਭਾਉਣ ਦੇ ਲਈ ਪਹੁੰਚ ਰਹੇ ਹਨ। ਉੱਥੇ ਪੰਥ ਦੇ ਮਹਾਨ ਬੁਲਾਰੇ ਗੁਰੂ ਘਰ ਦਾ 25 ਸਾਲਾਂ ਦਾ ਇਤਿਹਾਸ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝਾ ਕਰਨ ਵਾਸਤੇ ਪਹੁੰਚ ਰਹੇ ਹਨ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਆਪ ਜੀ ਆਪਣੇ ਪਰਿਵਾਰਾਂ ਦੋਸਤਾਂ ਮਿੱਤਰਾਂ ਸਹਿਤ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਵਧਾਓ ਔਰ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मिराज बैंकेट हॉल एंड रेस्टोरेंट, वेडिंग होवे या बर्थडे पार्टी, मिराज है परफेक्ट हर सेलिब्रेशन ਲਈ। मिराज इंडियन क्यूजिन विद प्रॉपर सीटिंग फैसिलिटी, विजिटर्स ਲਈ प्राइवेट पार्किंग फैसिलिटी भी अवेलेबल है। For all your legal matters including immigration, bankruptcy and credit card problems, divorce and family law, landlord and tenant matters, criminal and personal injury, call Gahey and Associates for a free initial personal consultation at 718-263-5999. जब कोई बात बिगड़ जाए, जब कोई मुश्किल आ जाए, तब हम आपका साथ देंगे। Anytime you have a complex immigration matter, remember, मैं हूं ना। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਿਵੇਂ ਅਸੀਂ ਤੁਹਾਨੂੰ ਜ਼ਿਕਰ ਕੀਤਾ ਔਰ ਪਿਛੋਕੜ ਵੀ ਦੱਸਿਆ ਕਿ ਕਿਵੇਂ ਸੀਨੀਅਰ ਜਰਨਲਿਸਟ ਹਰਤੋਸ਼ ਬਲ ਜੀ ਨੇ ਆਪਣਾ ਐਨਾਲਿਸਿਸ ਦੱਸਿਆ ਸੀ ਜਦੋਂ ਇਸ ਸਾਲ ਦੀ ਸ਼ੁਰੂਆਤ ਹੋਈ ਸੀ, ਔਰ ਉਹਨਾਂ ਨੇ ਇਸ ਚੀਜ਼ ਨੂੰ ਵਿਸਥਾਰ ਦੇ ਨਾਲ ਇਸ ਮੁੱਦੇ ਨੂੰ ਚੁੱਕਿਆ ਸੀ ਔਰ ਇੱਕ ਕਿਸਮ ਦੀ ਭਵਿੱਖਬਾਣੀ ਕਹਿ ਲਓ ਜਾਂ ਚੇਤਾਵਨੀ ਕਹਿ ਲਓ ਕਿ ਅਗਰ ਇਹ ਮੁੱਦਾ ਹੁਣ ਨਾ ਚੁੱਕਿਆ ਗਿਆ, ਕਿਉਂਕਿ ਇਹ 30ਵੀਂ ਵਰ੍ਹੇਗੰਢ ਹੈ, ਤਾਂ ਫਿਰ ਸ਼ਾਇਦ 50 ਸਾਲ ਇਸ ਦੀ ਕੋਈ ਗੱਲ ਨਹੀਂ ਕਰੇਗਾ। ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨਾਲ ਹਰਤੋਸ਼ ਬਲ ਜੀ ਲਾਈਨ ਦੇ ਉੱਤੇ ਜੁੜ ਚੁੱਕੇ ਹਨ ਔਰ ਜਿਨ੍ਹਾਂ ਦਾ ਐਕਸਪਰਟ ਓਪੀਨੀਅਨ ਕਹਿ ਲਈਏ ਜਾਂ ਉਹਨਾਂ ਦਾ ਵਿਸ਼ਲੇਸ਼ਣ ਖੁਦ ਆਪਣੇ ਆਪ ਵਿੱਚ ਬਹੁਤ ਮਹੱਤਵ ਰੱਖਦਾ ਹੈ। ਹਰਤੋਸ਼ ਜੀ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਥੈਂਕ ਯੂ। ਹਰਤੋਸ਼ ਜੀ, ਜਿਸ ਵੇਲੇ ਤੁਸੀਂ ਇਸ ਸਾਲ ਦੀ ਸ਼ੁਰੂਆਤ ਵਿੱਚ ਇਹ ਕਿਹਾ ਸੀ ਕਿ ਅਗਰ ਹੁਣ ਨਾ ਕੀਤਾ ਫਿਰ ਸ਼ਾਇਦ ਕਦੇ ਵੀ ਨਹੀਂ ਹੋਏਗਾ, ਸੋ ਅਜੇ ਸਿਰਫ ਥੋੜ੍ਹਾ ਜਿਹਾ ਹੀ ਸਮਾਂ ਗੁਜ਼ਰਿਆ, ਤੁਹਾਨੂੰ ਲੱਗਦਾ ਹੈ ਉਸ ਵੇਲੇ ਲੱਗਦਾ ਸੀ ਕਿ ਇਹ ਇਸ ਤਰ੍ਹਾਂ ਦੀ ਗੱਲ ਹੋ ਜਾਏਗੀ ਜਾਂ ਇੱਕ ਕਿਸਮ ਦਾ ਇੱਕ ਕੁਦਰਤ ਦਾ ਕਰਿਸ਼ਮਾ ਕਹੋਗੇ ਕਿ ਖੁਦ ਜਿਨ੍ਹਾਂ ਦੇ ਉੱਤੇ ਦੋਸ਼ ਸੀ ਉਹਨਾਂ ਨੇ ਆਪ ਹੀ ਇਸ ਗੱਲ ਨੂੰ ਐਲਾਨਿਆ ਹੈ ਕਿ ਉਹਨਾਂ ਦੀ ਪਾਰਟੀ ਦੇ ਕੁਝ ਬੰਦੇ ਹੋ ਸਕਦੇ ਹਨ ਇਸ ਦੇ ਵਿੱਚ ਸ਼ਾਮਲ? ਲੰਬਾ ਸਾਹਿਬ, ਮੈਨੂੰ ਲੱਗਦਾ ਹੈਗਾ ਕਿ ਇਹ ਤੇ ਕੋਈ ਵੀ ਨਹੀਂ ਐਕਸਪੈਕਟ ਕਰ ਸਕਦਾ ਸੀਗਾ। ਅੰਦਾਜ਼ਾ ਇਹ ਸੀਗਾ ਕਿ ਜਦੋਂ 84 ਦੀ ਵਰਸ਼ਗਾਂਠ ਆਉਂਦੀ ਹੈਗੀ ਹੈ ਨਵੰਬਰ 'ਚ, ਜਦੋਂ ਪਬਲਿਸਿਟੀ ਵੱਧਦੀ ਹੈਗੀ ਹੈ ਤੇ ਕੋਈ ਗੱਲਬਾਤ ਹੋਏਗੀ, ਉਸ ਤੋਂ ਕੋਈ ਛੋਟੀ ਮੋਟੀ ਚੀਜ਼ ਨਿਕਲ ਆਏ। ਪਰ ਇਹ ਇਲੈਕਸ਼ਨ ਇੰਨਾ ਡਿਵਾਈਸਿਵ ਹੈਗਾ, ਇੱਕ ਪਾਸੇ ਨਰਿੰਦਰ ਮੋਦੀ ਬੈਠਾ ਹੋਇਆ ਹੈਗਾ ਤੇ 2002 ਗੁਜਰਾਤ ਦੰਗਿਆਂ ਦੀ ਗੱਲ ਆਣੀ ਸੀਗੀ, ਉਸ ਕਰਕੇ 84 ਦੀ ਵੀ ਗੱਲ ਐਜ਼ ਅ ਕਾਊਂਟਰ ਪੁਆਇੰਟ ਆ ਗਈ ਹੈਗੀ। ਇਹ ਕੋਈ ਇਹੋ ਜਿਹੀ ਚੀਜ਼ ਨਹੀਂ ਹੈ ਜਿਹਨੂੰ ਅਸੀਂ ਐਡਮਾਇਰ ਕਰੀਏ, ਪਰ ਇਹਦਾ ਇੱਕ ਨਤੀਜਾ ਚੰਗਾ ਨਿਕਲਿਆ ਹੈਗਾ। ਰਾਹੁਲ ਗਾਂਧੀ ਦੀ ਇੰਟਰਵਿਊ 'ਚ
ਸਿਰਫ ਉਹਨੇ ਇਹ ਨਹੀਂ ਮੰਨਿਆ ਹੈਗਾ ਕਿ ਕੁਝ ਕਾਂਗਰਸੀ ਇਨਵੋਲਵਡ ਸੀਗੇ। ਲਾਂਬਾ ਸਾਹਿਬ ਉਹ ਅਗਰ ਇੰਨਾ ਕਹਿ ਦਿੰਦਾ ਤੇ ਉਹਦੇ ਨਾਲ ਵੀ ਕੋਈ ਖਾਸੀ ਕੰਟਰੋਵਰਸੀ ਨਹੀਂ ਹੋਣੀ ਸੀਗੀ, ਇਹ ਤੇ ਸਾਰਿਆਂ ਨੂੰ ਪਤਾ ਸੀਗਾ, ਨਾ ਵੀ ਆਏ ਹੈਗੇ। ਹਾਂਜੀ। ਪਰ ਜਦੋਂ ਉਹਨੇ ਇੱਕ ਬਲੈਂਕ ਡਿਨਾਇਲ ਦਿੱਤਾ, ਹਾਂਜੀ, ਜਿਹੜਾ ਸਰਾਸਰ ਝੂਠ ਸੀਗਾ, ਜਿਹੜੇ ਸਭ ਨੂੰ ਪਤਾ ਸੀਗਾ ਝੂਠ ਹੈਗਾ, ਕਿ ਕਾਂਗਰਸ ਦੀ ਸਰਕਾਰ ਨੇ ਜੋ ਕੁਝ ਕਰਨਾ ਚਾਹੀਦਾ ਸੀਗਾ, ਦੰਗਾ ਕਹਿਣਾ ਵੀ ਗਲਤ ਹੈਗਾ ਹੈ, ਮਾਰਕਾਟ ਰੋਕਣ ਲਈ ਜੋ ਕੁਝ ਕਰਨਾ ਚਾਹੀਦਾ ਸੀਗਾ ਉਹ ਕੀਤਾ ਹੈਗਾ, ਜਦ ਕਿ ਗੁਜਰਾਤ 'ਚ ਇਹ ਨਹੀਂ ਹੋਇਆ ਹੈ। ਇਸ ਕੰਪੈਰੀਜ਼ਨ ਤੋਂ ਜਿਹੜੀ ਪਬਲਿਸਿਟੀ ਨਿਕਲੀ ਹੈਗੀ ਹੈ, ਜਿਹੜੀ ਰਿਐਕਸ਼ਨ ਹੋਈ ਹੈਗੀ ਹੈ, ਮੈਨੂੰ ਲੱਗਦਾ ਇਹਦਾ ਅਸਰ ਲੌਂਗ ਟਰਮ ਰਹੇਗਾ। ਜੀ ਜੀ ਜੀ। ਹਰਤੋਸ਼ ਜੀ, ਇਹਦੇ ਵਿੱਚ ਬਹੁਤ ਲੋਕਾਂ ਨੇ ਬਹੁਤ ਕੁਝ ਲਿਖਿਆ ਹੈ, ਬਹੁਤ ਕੁਝ ਸਾਹਮਣੇ ਵੀ ਆ ਰਿਹਾ ਹੈ, ਪਰ ਇਹਦੇ ਵਿੱਚ ਇੱਕ ਤੁਸੀਂ ਨਵਾਂ ਐਂਗਲ ਵੀ ਦਿੱਤਾ ਹੈ, ਜਿਹੜਾ ਕਿ ਸ਼ਾਇਦ ਕਮਿਊਨਿਟੀ ਤਾਂ ਆਪ ਡਿਸਕਸ ਕਰਦੀ ਸੀ, ਪਰ ਇੱਕ ਨੈਸ਼ਨਲ ਮੀਡੀਆ ਦੇ ਵਿੱਚ ਇਸ ਗੱਲ ਨੂੰ ਉਭਾਰਨਾ, ਤੁਸੀਂ ਇਹ ਕਿਹਾ ਹੈ ਕਿ ਮੈਜੋਰਿਟੇਰੀਅਨ ਪੈਰਾਡਾਈਮਸ ਦੀ ਜਿਹੜੀ ਹੈਗੀ ਹੈ ਉਹ ਇਨਪੁਟ ਇਹਦੇ ਵਿੱਚ ਹੈਗੀ ਹੈ। ਸੋ ਇੱਕ ਤਾਂ ਥੋੜ੍ਹਾ ਜਿਹਾ ਇਸ ਦਾ ਥੋੜ੍ਹਾ ਵਿਸਥਾਰ ਕਰੋਗੇ, ਔਰ ਦੂਸਰਾ ਦੱਸੋਗੇ ਜੇ ਅਗਰ ਇਹ ਹੈਜੀਮੋਨਿਕ ਪੈਰਾਡਾਈਮਸ ਆਫ ਮੈਜੋਰਿਟੇਰੀਅਨਿਜ਼ਮ ਹੈ ਤਾਂ ਫਿਰ ਇਹਦਾ ਮਤਲਬ ਹੈ ਕਿ ਹਿੰਦੁਸਤਾਨ ਵਿੱਚ ਇਸ ਤੋਂ ਬਾਅਦ ਘੱਟ ਗਿਣਤੀ ਹੋਣਾ ਇੱਕ ਗੁਨਾਹ ਹੈ। ਲਾਂਬਾ ਸਾਹਿਬ, ਮੈਂ ਇੱਕ ਖਾਸ ਲਫ਼ਜ਼ ਮੈਜੋਰਿਟੇਰੀਅਨ ਇਸ ਲਈ ਵਰਤਿਆ ਹੈਗਾ ਕਿ ਮੈਜੋਰਿਟੀ ਕਿਸੇ ਵੀ ਕੌਮ ਦੀ ਹੋਵੇ ਜੀ, ਉਹ ਇੰਡੀਆ 'ਚ ਪ੍ਰੋਬਲਮ ਕ੍ਰੀਏਟ ਕਰਦੀ ਹੈਗੀ ਹੈ। ਤੁਸੀਂ ਦੇਖੋ, ਮੈਂ ਕਿਹਾ ਕਿ ਗੁਜਰਾਤ ਤੇ 84 ਦੇ ਜਿਹੜੀ ਕਤਲੇਆਮ ਹੋਈ ਹੈਗੀ ਹੈ, ਦੋਨੋਂ 'ਚ ਕਿਸੇ ਵੀ ਪਾਰਟੀ ਨੂੰ ਦੇਖਣਾ ਉਹਦੇ ਨਾਲ ਪੂਰੀ ਪਿਕਚਰ ਨਹੀਂ ਆਉਂਦੀ ਹੈਗੀ ਹੈ। ਬੀਜੇਪੀ ਦੇ ਕਾਂਗਰਸ ਦੇ ਵਰਕਰਸ ਦੋਨੋਂ ਰਾਈਟਸ ਇਨਵੋਲਵਡ ਸੀਗੇ ਜੀ, ਦੋਨੋਂ ਕਿਲਿੰਗਸ ਇਨਵੋਲਵਡ ਸੀਗੇ, ਤੇ ਮੈਜੋਰਿਟੀ ਕਮਿਊਨਿਟੀ ਦੀ ਇੱਕ ਜੋ ਲਾਰਜ ਸਕੇਲ ਸੈਂਟੀਮੈਂਟ ਸੀਗੀ ਉਹ ਇਸ ਮਾਰਕਾਟ 'ਚ ਐਕਸਪ੍ਰੈਸ ਹੋਈ ਹੈ। ਇਹ ਕਹਿਣਾ ਕਿ ਕੁਝ ਆਈਸੋਲੇਟਿਡ ਕ੍ਰਿਮੀਨਲ ਐਲੀਮੈਂਟਸ ਨੇ ਕੀਤਾ, ਇਹ ਗਲਤ ਹੈ ਜੀ ਜੀ ਜੀ। ਮੈਂ ਇਹ ਵੀ ਕਹਿੰਦਾ ਹੈਗਾ ਕਿ ਲਾਂਬਾ ਸਾਹਿਬ, ਇਹ ਸਾਊਥ ਏਸ਼ੀਆ ਦੀ ਵੱਡੀ ਪ੍ਰੋਬਲਮ ਹੈਗੀ ਹੈ, ਜਿੱਥੇ ਮੁਸਲਿਮਸ ਮੈਜੋਰਿਟੀ 'ਚ ਹੈਗੇ, ਚਾਹੇ ਪਾਕਿਸਤਾਨ ਔਰ ਕਸ਼ਮੀਰ 'ਚ ਹੋਣ, ਉੱਥੇ ਵੀ ਮਾਈਨੋਰਿਟੀ ਹਿੰਦੂਜ਼ ਨੂੰ ਪ੍ਰੋਬਲਮ ਆਈ ਹੈਗੀ ਹੈ। ਪੰਜਾਬ 'ਚ ਵੀ ਮੌਕੇ ਆਏ ਹੈਗੇ ਹੈ ਜਿੱਥੇ ਇੱਕ ਸਿੱਖ ਮੈਜੋਰਿਟੀ ਨੇ ਇੱਕ ਹਿੰਦੂ ਮਾਈਨੋਰਿਟੀ ਲਈ ਵੀ ਕਦੇ ਪ੍ਰੋਬਲਮਸ ਕ੍ਰੀਏਟ ਕੀਤੀਆਂ ਹੈਗੀਆਂ ਨੇ। ਤੇ ਇਹ ਮੁੱਦੇ ਮੈਨੂੰ ਲੱਗਦਾ ਇੱਕ ਸਾਊਥ ਏਸ਼ੀਆ ਦੀ ਇਥੋਸ ਨਾਲ ਜੁੜੇ ਹੋਏ ਹੈਗੇ। ਕਨਸਟੀਟਿਊਸ਼ਨਲ ਸੇਫਗਾਰਡਸ, ਡੈਮੋਕ੍ਰੇਸੀ ਦਾ ਚੱਲਣਾ ਬੜਾ ਜ਼ਰੂਰੀ ਹੈਗਾ। ਇਸ ਮੈਜੋਰਿਟੀ ਟੈਂਡੈਂਸੀ ਨੂੰ ਸੇਫਗਾਰਡ ਕਰਨਾ ਪ੍ਰੋਬਲਮ ਉਦੋਂ ਆਉਂਦੀ ਹੈਗੀ ਹੈ ਜਦੋਂ ਇਹ ਕਨਸਟੀਟਿਊਸ਼ਨਲ ਸੇਫਗਾਰਡਸ ਫੇਲ ਕਰ ਜਾਂਦੇ ਹੈ, ਜਿਸ ਤਰ੍ਹਾਂ ਗੁਜਰਾਤ ਹੋਇਆ ਹੈਗਾ, 84 'ਚ ਹੋਇਆ ਸੀ ਜੀ। ਹਰਤੋਸ਼ ਜੀ, ਮੇਰੇ ਖਿਆਲ ਹੈ ਤੁਸੀਂ ਖੁਦ ਵੀ ਪੰਜਾਬ ਨੂੰ ਕਵਰ ਕਰਦੇ ਰਹੇ ਹੋ ਔਰ ਬੜੀ ਡਿਟੇਲ ਵਿੱਚ ਕਰਦੇ ਰਹੇ ਹੋ। ਪੰਜਾਬ ਦਾ ਮਸਲਾ ਸ਼ਾਇਦ ਇਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਉੱਥੇ ਕਮਿਊਨਿਟੀ ਵੱਲੋਂ ਨਹੀਂ ਸੀ ਹੋਇਆ, ਜਾਂ ਕਮਿਊਨਿਟੀ ਵੱਲੋਂ ਇੱਦਾਂ ਦੀ ਕੋਈ ਗੱਲ ਨਹੀਂ ਹੋਈ, ਉਹ ਵਿੰਗ ਸੀ। ਖੈਰ, ਉਹ ਬਿਲਕੁਲ ਵੱਖਰਾ ਜਿਹੜਾ ਸਬਜੈਕਟ ਹੈ, ਪਰ ਇੱਕ ਤੁਸੀਂ ਇਹ ਜਿਹੜੀ ਗੱਲ ਕਹਿ ਰਹੇ ਹੋ ਕਿ ਕਮਿਊਨਿਟੀਜ਼ ਮਰਜ ਹੋ ਜਾਂਦੀਆਂ ਔਰ ਬਤੌਰ ਕਮਿਊਨਿਟੀ ਦੇ ਅਗਰ ਐਕਟ ਕਰਦੀਆਂ, ਇਹਦੇ 'ਚ ਕਮਿਊਨਿਟੀ ਦੇ ਤੌਰ 'ਤੇ ਐਕਟ ਕਰਦੀਆਂ ਕਿ ਜਿਹੜੀ ਆਰਗੇਨਾਈਜ਼ਿੰਗ ਪੋਲੀਟੀਕਲ ਪਾਰਟੀ ਹੈ ਉਹ ਐਕਟ ਕਰਾਉਂਦੀ ਹੈਗੀ ਹੈ। ਲਾਂਬਾ ਸਾਹਿਬ, ਦੋਨੋਂ ਚੀਜ਼ਾਂ ਦਾ ਮਿਕਸਚਰ ਹੈਗਾ ਹੈ। ਕਮਿਊਨਿਟੀਜ਼ ਮਰਜ ਕਰਦੀਆਂ ਨੇ, ਕਮਿਊਨਿਟੀਜ਼ ਦੀ ਸੈਂਟੀਮੈਂਟਸ, ਜਦੋਂ ਕਮਿਊਨਿਟੀ ਦੀ ਸੈਂਟੀਮੈਂਟਸ ਜ਼ੋਰ ਪਕੜਦੀਆਂ ਨੇ, ਉਦੋਂ ਪੋਲੀਟੀਕਲ ਪਾਰਟੀ ਜਾਂ ਰੂਲਿੰਗ ਐਸਟੈਬਲਿਸ਼ਮੈਂਟ ਦੇ ਸਾਹਮਣੇ ਦੋ ਚੋਇਸਿਸ ਹੁੰਦੀਆਂ ਨੇ ਜੀ। ਸਖਤੀ ਵਰਤਾ ਕੇ ਜਿਹੜਾ ਆਪਣਾ ਕਨਸਟੀਟਿਊਸ਼ਨਲ ਜਿਹੜਾ ਉਹਨਾਂ ਨੂੰ ਦਾਇਰਾ ਦਿੱਤਾ ਗਿਆ ਹੈ ਉਹਦੇ ਮੁਤਾਬਿਕ ਐਕਟ ਕਰਕੇ ਕਮਿਊਨਿਟੀ ਸੈਂਟੀਮੈਂਟ ਨੂੰ ਕੰਟਰੋਲ ਕਰਕੇ ਕਿਲਿੰਗਸ ਨੂੰ ਰੋਕਣਾ ਜੀ, ਜਾਂ ਦੂਜਾ ਕਿ ਇਹਨੂੰ ਭੜਕਾ ਕੇ ਇਹਨੂੰ ਐਕਸਪਲੋਇਟ ਕਰਕੇ ਆਪਣੀ ਪੋਲੀਟੀਕਲ ਪਪੂਲੈਰਿਟੀ ਵਧਾਣੀ ਜੀ ਜੀ। ਅਨਫੋਰਚੂਨੇਟਲੀ ਐਟ ਕ੍ਰੂਸ਼ਲ ਇੰਸਟੈਂਸਸ ਇੰਡੀਆ 'ਚ ਆਪਣੀ ਪਪੂਲੈਰਿਟੀ ਵਧਾਉਣ ਲਈ ਦੋਨੋਂ ਬੀਜੇਪੀ ਤੇ ਕਾਂਗਰਸ ਨੇ ਇਸ ਸੈਂਟੀਮੈਂਟ ਨੂੰ ਬੜਾਵਾ ਦਿੱਤਾ ਹੈਗਾ। ਤੁਸੀਂ ਇਹਦਾ ਨਤੀਜਾ ਵੀ ਦੇਖ ਸਕਦੇ ਹੋ। ਮੋਦੀ ਅੱਜ ਤੱਕ ਨਹੀਂ ਹਾਰਿਆ ਹੈਗਾ ਇਲੈਕਸ਼ਨ ਗੁਜਰਾਤ 'ਚ, ਤੇ 84 ਦੇ ਬਾਅਦ ਕਾਂਗਰਸ ਨੂੰ ਕਿਸ ਤਰ੍ਹਾਂ ਇੱਕ ਇਲੈਕਟੋਰਲ ਵਿਕਟਰੀ ਮਿਲੀ ਸੀਗੀ ਉਹ ਵੀ ਸਾਡੇ ਸਾਹਮਣੇ ਸਾਫ਼ ਹੈ ਜੀ। ਹਰਤੋਸ਼ ਜੀ, ਇਹਦੇ ਵਿੱਚ ਅਸੀਂ ਸਪੈਸੀਫਿਕਲੀ ਜੇਕਰ ਦਿੱਲੀ ਦੀ ਗੱਲ ਕਰੀਏ, ਦਿੱਲੀ ਵੱਲ ਅਗਰ ਅਸੀਂ ਆਈਏ ਕਿ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋਇਆ ਔਰ ਉਸ ਤੋਂ ਬਾਅਦ ਸ਼ਾਮ ਤੱਕ ਜਾਂ ਜਦੋਂ ਵੀ ਰਾਜੀਵ ਗਾਂਧੀ ਵਾਪਸ ਵੀ ਆ ਗਏ, ਸਭ ਕੁਝ ਹੋ ਗਿਆ, ਗਿਆਨੀ ਜ਼ੈਲ ਸਿੰਘ ਮਿਲੇ ਵੀ, ਉਸ ਵੇਲੇ ਤੱਕ ਕੋਈ ਗੱਲ ਨਹੀਂ ਸੀ। ਇਹ ਉਸ ਤੋਂ, ਕਿਉਂਕਿ ਇਹ ਵੀ ਅਖਬਾਰਾਂ ਦੇ ਵਿੱਚ ਜਾਂ ਖਬਰਾਂ ਵਿੱਚ ਸੀ ਕਿ ਉਹ ਜਿਹੜਾ
ਏਮਸ ਦੇ ਬਾਹਰ ਜਿਹੜਾ ਹਜੂਮ ਸੀ, ਭੀੜ ਸੀ, ਉਹਦੇ ਵਿੱਚ ਕੁਝ ਸਿੱਖ ਵੀ ਸੀ ਔਰ ਉਹਨਾਂ ਦੇ ਚਿਹਰੇ ਤੇ ਕੋਈ ਖੌਫ ਨਹੀਂ ਸੀ। ਪਰ ਉਸ ਦੇ ਬਾਅਦ ਅਚਾਨਕ ਇਹ ਜਿਹੜਾ ਹੋ ਜਾਣਾ, ਫਿਰ ਇਹਦਾ ਮਤਲਬ ਇਹ ਕਮਿਊਨਿਟੀ ਜਨਰੇਟਡ ਸੀ ਜਾਂ ਗਵਰਨਮੈਂਟ ਜਨਰੇਟਡ ਜਾਂ ਪਾਰਟੀ ਜਨਰੇਟਡ ਸੀ? ਦੇਖੋ ਲਾਂਬਾ ਸਾਹਿਬ, ਕਲੀਅਰਲੀ ਗਵਰਨਮੈਂਟ ਜਨਰੇਟਡ ਤੇ ਸੀਗਾ ਹੀ ਸੀਗਾ। ਅਗਰ ਤੁਸੀਂ ਦੇਖੋ ਜੋ ਵੀ ਹੋਇਆ ਹੈਗਾ ਤ੍ਰਿਲੋਕਪੁਰੀ ਚ, ਵੋਟਰ ਲਿਸਟਾਂ ਨਾਲ ਸੀਗੀਆਂ। ਹਾਂਜੀ, ਪੁਲਿਸ SHO ਨੇ ਜਾ ਕੇ ਜਿਹੜੇ ਸਿੱਖਾਂ ਦੇ ਕੋਲ ਹਥਿਆਰ ਸੀਗੇ ਉਹਨਾਂ ਨੂੰ ਡਿਸਾਰਮ ਕੀਤਾ ਹੈਗਾ, ਇਹ ਕਹਿ ਕੇ ਅਸੀਂ ਤੁਹਾਡੀ ਹਿਫਾਜ਼ਤ ਕਰਾਂਗੇ। ਫਿਰ ਉਹੀ ਮੌਬਸ ਨੇ ਉਹਨਾਂ ਤੇ ਅਟੈਕ ਕੀਤਾ ਹੈਗਾ। ਤੇ ਇਹ ਸਾਰਾ ਗਵਰਨਮੈਂਟ ਦੀ ਇਨਵੋਲਵਮੈਂਟ ਦੇ ਬਿਨਾ ਪੋਸੀਬਲ ਨਹੀਂ ਸੀਗਾ। ਪਰ ਇਹ ਵੀ ਕਹਿਣਾ ਕਿ ਇਹ ਸਿਰਫ ਕ੍ਰਿਮੀਨਲ ਐਲੀਮੈਂਟ ਸੀਗੇ, ਇਹ ਗਲਤ ਗੱਲ ਹੈਗੀ। ਤੇ ਲੋਕਪੁਰੀ ਚ ਵੀ ਅਸੀਂ ਜਾਣਦੇ ਹੈਗੇ, ਗੁਆਂਢ ਦੇ ਲੋਕ ਸੀਗੇ, ਆਸ ਪੜੋਸੀ ਸੀਗੇ, ਲੋਕ ਜਿਨ੍ਹਾਂ ਨੂੰ ਅਸੀਂ ਰੋਜ਼ ਦੇਖਦੇ ਹੈਗੇ, ਉਹ ਇਹ ਦੰਗਿਆਂ ਚ ਇਨਵੋਲਵ ਸੀਗੇ। ਕਿ ਦੋਨੋਂ ਐਲੀਮੈਂਟ ਦਾ ਮਰਜ ਹੋ ਜਾਣਾ ਤੇ ਸਰਕਾਰ ਨੇ ਇਹਨੂੰ ਚੱਕ ਕੇ ਇਨਸਾਈਟ ਕਰਕੇ ਡਾਇਰੈਕਟ ਕਰਕੇ ਜਿਹੜਾ ਪ੍ਰੋਬਲਮ ਕ੍ਰੀਏਟ ਕੀਤਾ ਹੈ ਉਹ ਸਾਫ਼ ਹੈਗਾ ਜੀ। ਇਹਦਾ ਮਤਲਬ ਉਹਨਾਂ ਬੰਦਿਆਂ ਦੇ ਵਿਚਕਾਰ ਜਿਹੜਾ ਕਮਿਊਨਲ ਔਰ ਫਿਰਕਾ ਪ੍ਰਸਤ ਐਲੀਮੈਂਟ ਸੀ, ਸਰਕਾਰ ਨੇ ਐਜ਼ ਅ ਕੈਟਲਿਸਟ ਕਰਕੇ ਉਹਨੂੰ ਬਾਹਰ ਲੈ ਆਂਦਾ, ਬਾਹਰ ਲੈ ਕੇ ਉਹਨਾਂ ਨੂੰ ਪੂਰੀ ਵਰਤਿਆ। ਨਹੀਂ, ਮੈਂ ਤੇ ਇੱਕਦਮ ਸਾਰਾ ਕੁਝ ਜਿਹੜੀ ਕੰਪਲਿਸਿਟੀ ਇੱਕ ਸਰਕਾਰ ਦੀ ਹੋ ਸਕਦੀ ਹੈ ਕਿਲਿੰਗ ਚ, ਸਾਰਾ ਕੁਝ ਸੀਗਾ ਜੀ। ਮੈਂ ਹੁਣ ਇੱਕ ਥੋੜਾ ਜਿਹਾ ਇਸ ਤੇ ਦੂਸਰੇ ਪਾਸੇ ਆਵਾਂ। ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ 1977 ਦੇ ਵਿੱਚ ਇੰਦਰਾ ਗਾਂਧੀ, ਸ਼੍ਰੀਮਤੀ ਇੰਦਰਾ ਗਾਂਧੀ ਨੇ ਕਾਂਸਟੀਟਿਊਸ਼ਨ ਦਾ ਪ੍ਰੀਐਂਬਲ ਤਬਦੀਲ ਕਰਕੇ, ਬਦਲ ਕੇ, ਇਹ ਪਹਿਲੀ ਵਾਰ ਸ਼ਾਇਦ ਕਿਸੇ ਕਾਂਸਟੀਟਿਊਸ਼ਨ ਵਿੱਚ ਹੋਇਆ ਹੋਏ, ਉਹਦੇ ਵਿੱਚ ਸੈਕੂਲਰਿਜ਼ਮ ਐਂਡ ਸੋਸ਼ਲਿਜ਼ਮ ਲਫ਼ਜ਼ ਜਿਹੜੇ ਸੀ ਵਾੜੇ। ਉਸ ਦੇ ਬਾਅਦ ਇੱਦਾਂ ਦੀ ਘਟਨਾ ਹੋ ਜਾਣੀ ਔਰ ਇਸ ਦੇ ਲਈ ਫਿਰ ਕਹਿਣਾ ਕਿ ਕਾਨੂੰਨ ਹੈ, ਕੋਰਟ ਹੈ, ਅਦਾਲਤ ਹੈ, ਕਾਂਸਟੀਟਿਊਸ਼ਨ ਹੈ, 8-8 ਕਮਿਸ਼ਨ ਬਣ ਜਾਣੇ ਔਰ ਉਸ ਦੇ ਬਾਅਦ ਕੋਈ ਨਤੀਜਾ ਨਾ ਨਿਕਲਣਾ। ਪਰ ਜਿਹੜੀਆਂ ਦੋਨੋਂ ਮੁੱਖ ਪਾਰਟੀਆਂ ਜਾਂ ਉਹਨਾਂ ਦੇ ਸਹਿਯੋਗੀ, ਕੀ ਉਹਨਾਂ ਨੇ ਨਿਸ਼ਚਿਤ ਤੌਰ ਤੇ ਇਫੈਕਟਿਵਲੀ ਕੋਈ ਕੋਸ਼ਿਸ਼ ਕੀਤੀ, ਓਨੈਸਟ ਕੋਈ ਕੋਸ਼ਿਸ਼ ਕੀਤੀ ਇਹਨਾਂ ਚੀਜ਼ਾਂ ਨੂੰ ਉਜਾਗਰ ਕਰਨ ਦੀ, ਜਾਂ ਸਿਰਫ ਚੋਣਾਂ ਦੇ ਦੌਰਾਨ ਹੀ ਇਹ ਮੁੱਦੇ ਉਭਾਰੇ ਜਾਂਦੇ ਰਹੇ? ਲਾਂਬਾ ਸਾਹਿਬ ਦੇਖੋ, ਜਿੱਥੇ ਤੱਕਰ ਇਹ ਕਾਫੀ ਲੰਬਾ ਸਵਾਲ ਤੁਸੀਂ ਪੁੱਛਿਆ ਕਿਉਂਕਿ ਇਹਦੇ ਚ ਬੜੀ ਚੀਜ਼ਾਂ ਜੁੜਦੀਆਂ, ਪਰ ਸਿੱਧੀ ਅਸੀਂ ਗੱਲ ਕਰੀਏ ਜਿਹੜੀ 8 ਕਮਿਸ਼ਨ ਬੈਠੀਆਂ ਨੇ ਜੀ, ਇਹ ਸਭ ਨੂੰ ਕਲੀਅਰ ਹੈਗਾ ਕਿ ਇਹ ਕਮਿਸ਼ਨ ਸੱਚਾਈ ਨੂੰ ਉਜਾਗਰ ਕਰਨ ਲਈ ਨਹੀਂ ਬਣਾਏ ਸੀਗੇ, ਸੱਚਾਈ ਨੂੰ ਦਬਾਉਣ ਲਈ ਬਣਾਏ ਸੀ। ਤੁਸੀਂ ਹਰ ਇੱਕ ਕਮਿਸ਼ਨ ਦੀ ਵਰਕਿੰਗ ਦੇਖੋ ਤੇ ਕਿਸੇ ਵੀ ਕਮਿਸ਼ਨ ਦਾ ਇਹ ਮਕਸਦ ਨਹੀਂ ਸੀਗਾ ਕਿ ਸੱਚਾਈ ਸਾਹਮਣੇ ਆਏ, ਨਾ ਹੀ ਉਹਦਾ ਦਾਇਰਾ ਸੀਗਾ। ਤੁਸੀਂ ਉਹ ਰਿਪੋਰਟਸ ਪੜ੍ਹੋ, ਟੈਸਟਮਨੀਜ਼ ਪੜ੍ਹੋ, ਰਿਪੋਰਟਸ ਕਿਸ ਤਰ੍ਹਾਂ ਲਿੱਤੀ ਗਈਆਂ ਨੇ। ਤੁਸੀਂ ਮਿਸ਼ਰਾ ਕਮਿਸ਼ਨ 'ਚ ਦੇਖੋ, ਕੋਈ ਵੀ ਬੰਦਾ ਆ ਕੇ ਕੋਈ ਵੀ ਐਫੀਡੇਵਿਟ ਦੇ ਸਕਦਾ ਸੀਗਾ। ਜਿਹੜੇ ਐਕਚੁਅਲ ਵਿਟਨੈਸਸ ਸੀਗੇ ਉਹਨਾਂ ਦੀ ਐਫੀਡੇਵਿਟ ਦੀ ਅਹਿਮੀਅਤ ਘਟਾਈ ਗਈ ਕਿਉਂਕਿ ਹਜ਼ਾਰਾਂ ਲੋਕਾਂ ਦੇ ਐਫੀਡੇਵਿਟ ਜਿਨ੍ਹਾਂ ਦਾ ਕੋਈ ਕਨੈਕਸ਼ਨ ਨਹੀਂ ਸੀਗਾ ਇਸ ਮੁੱਦੇ ਨਾਲ ਰਿਕਾਰਡ ਚਲਾਏ ਗਏ। ਜਦੋਂ ਵੇਦ ਮਾਰਵਾ ਨੇ ਆਪਣਾ ਪੁਲਿਸ ਵਾਲਿਆਂ ਨੂੰ ਇੰਡਾਈਟ ਕਰਕੇ ਰਿਪੋਰਟ ਤਿਆਰ ਕਰ ਲਈ ਗਈ ਤੇ ਕਮਿਸ਼ਨ ਨੂੰ ਡਿਸੋਲਵ ਕੀਤਾ ਗਿਆ ਬਾਈ ਦਾ ਯੂਨੀਅਨ ਹੋਮ ਮਿਨਿਸਟਰੀ। ਹੋਰ ਕਮਿਸ਼ਨ ਨੂੰ ਇਹ ਰਿਪੋਰਟਸ ਦਿੱਤੀ ਗਈਆਂ ਪਰ ਕ੍ਰੂਸ਼ਲ ਪਾਰਟ ਆਫ ਦੀ ਐਵੀਡੈਂਸ ਸਪਰੈਸ ਕੀਤਾ ਗਿਆ। ਇਹ ਤੁਸੀਂ ਦੇਖਦੇ ਰਹੋ। ਇਹ ਵੀ ਸੋਚਣਾ ਕਿ ਬੀਜੇਪੀ ਨੇ ਕੋਈ ਨਾਨਾਵਤੀ ਕਮਿਸ਼ਨ 'ਚ ਵੀ ਜਾ ਕੇ ਇੱਕ ਪੁਰਜ਼ੋਰ ਕਾਰਨ ਨਾਲ ਕੁਝ ਕੀਤਾ। ਤੁਸੀਂ ਨਾਨਾਵਤੀ ਦਾ ਰਿਕਾਰਡ ਦੇਖੋ ਜੀ, ਜਿਹੜਾ ਬੁੱਚਰ ਆਫ ਤ੍ਰਿਲੋਕਪੁਰੀ ਦੀ ਜਜਮੈਂਟ ਹੈਗੀ ਹੈ, ਉਹ ਨਾਨਾਵਤੀ ਵਾਜ਼ ਦਾ ਜੱਜ ਜਿਹਨੇ ਉਹ ਡਿਸੀਜਨ ਦਿੱਤੀ ਹੈਗੀ ਹੈ। ਇਹ ਡਿਸੀਜਨ ਰਾਈਟਸ ਦਾ ਇਹ ਕਮਿਸ਼ਨ ਬਣਨ ਤੋਂ ਪਹਿਲਾਂ ਦਿੱਤੀ ਹੈਗੀ ਹੈ। ਉਸ ਡਿਸੀਜਨ 'ਚ ਆਲਰੇਡੀ ਨਾਨਾਵਤੀ ਨੇ ਕਮਿਟ ਕਰਤਾ ਹੈਗਾ ਕਿ ਇਹ ਜਿਹੜੀ ਕਿਲਿੰਗ ਸੀਗੀ ਪ੍ਰੀ ਪਲਾਨ ਨਹੀਂ ਸੀਗੀ। ਇਹਦਾ ਮਤਲਬ ਬੀਜੇਪੀ ਨੇ ਕਮਿਸ਼ਨ ਬਣਾਉਣ ਤੋਂ ਪਹਿਲਾਂ ਇਹੋ ਜਿਹਾ ਜੱਜ ਚੱਕਿਆ ਹੈਗਾ ਜਿਹਦੀ ਵਿਊ ਪੁਆਇੰਟ ਉਸ ਕਮਿਸ਼ਨ ਦੀ ਫਾਈਂਡਿੰਗਸ ਬਾਰੇ ਪਹਿਲਾਂ ਹੀ ਬਣੀ ਹੋਈ ਸੀਗੀ। ਉਹਨੇ ਤੇ ਪਹਿਲਾਂ ਹੀ ਡਿਸਾਈਡ ਕੀਤਾ ਸੀਗਾ ਕਿ ਕਨਸਪੀਰੇਸੀ ਨਹੀਂ ਹੈਗੀ ਹੈ। ਤੇ ਤੁਸੀਂ ਇੱਕ ਟਾਈਟਲਰ ਦਾ ਨਾਮ ਲੈ ਲਿਆ, ਇੱਕ ਸੱਜਣ ਕੁਮਾਰ ਦਾ ਨਾਮ ਲੈ ਲਿਆ, ਓਵਰਆਲ ਤੁਸੀਂ ਕਹਿਤਾ ਇਹ ਪ੍ਰੀ ਪਲਾਨ ਕਨਸਪੀਰੇਸੀ ਨਹੀਂ ਸੀਗੀ, ਸਰਕਾਰ ਦੀ ਗਲਤੀ ਨਹੀਂ ਸੀਗੀ, ਸਰਕਾਰ ਕੁਝ ਹੋਰ ਚੀਜ਼ਾਂ ਕਰ ਸਕਦੀ ਸੀਗੀ। ਕਮਲਨਾਥ ਉੱਥੇ 6 ਘੰਟੇ ਖੜਾ ਹੋਇਆ ਸੀਗਾ, 2 ਲੋਕ ਮਾਰੇ ਹੈਗੇ, ਪਰ ਸਾਨੂੰ ਪਤਾ ਨਹੀਂ ਸ਼ਾਇਦ ਉਹ ਮੌਬ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਤੇ ਈਵਨ ਬੀਜੇਪੀ ਵਿਦ ਅਕਾਲੀ ਗਵਰਨਮੈਂਟ ਦੇ ਸਪੋਰਟ ਨਾਲ ਜਿਹੜੀ ਸਰਕਾਰ ਸੀਗੀ ਉਹਦੇ ਅੰਡਰ ਵੀ ਜਿਹੜਾ ਕਮਿਸ਼ਨ ਬਣਿਆ ਹੈਗਾ ਉਹ ਵੀ ਸੱਚਾਈ ਨੂੰ ਮਾਰਨ ਦਾ ਕੰਮ ਕੀਤਾ ਹੈਗਾ। ਤੇ ਵੇਦ ਮਾਰਵਾ ਕਮਿਸ਼ਨ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ?
ਜੀ ਮੈਂ ਉਹਨਾਂ ਸਾਹਿਬ ਜ਼ਿਕਰ ਕੀਤਾ ਸੀਗਾ ਕਿ ਪੁਲਿਸ ਵਾਲਿਆਂ ਦੀ ਪੂਰੀ ਜਿਹੜੀ ਕਾਲੀ ਕਰਤੂਤ ਉਸ ਸਮੇਂ ਦੀ ਹੈਗੀ ਹੈ ਉਹ ਸਾਰੀ ਡਾਕੂਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਸਾਰੇ ਆਬਜ਼ਰਵੇਸ਼ਨਸ ਤਿਆਰ ਸੀਗੇ। ਵੇਦ ਮਾਰਵਾ ਖੁਦ ਹੀ ਰਿਕਾਰਡ ਤੇ ਇਹ ਗੱਲ ਕਹਿੰਦੇ ਹੈਗੇ ਆ। ਉਹਨੂੰ ਡਿਸੋਲਵ ਕੀਤਾ ਗਿਆ ਕਮਿਸ਼ਨ ਨੂੰ। ਉਹਦਾ ਸਬਸਟੈਂਟਿਵ ਜਿਹੜੀ ਹੈਂਡ ਰਿਟਨ ਟੈਸਟੀਮਨੀ ਸੀਗੀਆਂ ਉਹ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਕੀ ਹੋਇਆ ਹੈਗਾ। ਜਿੱਥੇ ਤੱਕ ਪਤਾ ਹੈਗਾ ਉਹ ਡਿਸਟਰੋਏ ਕੀਤੀ ਗਈ ਤੇ ਬਾਕੀ ਜਿਹੜੀ ਟੈਸਟੀਮਨੀ ਸੀਗੀ ਉਹ ਇੱਕ ਹੋਰ ਕਮਿਸ਼ਨ ਨੂੰ ਦਿੱਤੀ ਗਈ। ਜੀ 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 ਹਰਤੋਸ਼ ਜੀ ਤੁਸੀਂ ਬਹੁਤ ਹੀ ਅਸੀਂ ਤੁਹਾਡੇ ਮਸ਼ਕੂਰ ਹਾਂ। ਤੁਸੀਂ ਬਹੁਤ ਇੰਪੋਰਟੈਂਟ ਜਾਣਕਾਰੀ ਦੇ ਰਹੇ ਹੋ ਪਰ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਇੱਕ ਛੋਟਾ ਜਿਹਾ ਵਕਫਾ ਹੈ ਔਰ ਤੁਸੀਂ 2-4 ਮਿੰਟ ਹੋਰ ਤੁਹਾਡੇ ਲੈਣੇ ਚਾਹਾਂਗੇ। SIT ਕੀ ਹੈ? SIT ਕਿਉਂ ਕੀ ਕਿਹਾ ਜਾਂਦਾ ਹੈ? ਇਹ ਕਿਹੜੀ ਚੀਜ਼ ਹੈ? ਕੀ ਇਹ ਕਮਿਸ਼ਨ ਤੋਂ ਵੱਖਰੀ ਹੈ ਜਾਂ ਇਹਦਾ ਕੋਈ ਅਸਰ ਹੋਏਗਾ ਜਾਂ ਇਹ ਵੀ ਇੱਕ ਹੋਰ ਸਰਕਾਰੀ ਮਹਿਕਮਾ ਹੋ ਕੇ ਬਣ ਜਾਏਗਾ? ਇਸ ਤੋਂ ਕਿੰਨੀ ਕੁ ਆਸ ਰੱਖਣੀ ਚਾਹੀਦੀ ਹੈ, ਕਿੰਨਾ ਕੁ ਇਸ ਤੋਂ ਆਪਟੀਮਿਸਟ ਹੋਣਾ ਚਾਹੀਦਾ, ਇਹਦੇ ਬਾਰੇ ਮੈਂ ਤੁਹਾਡੇ ਕੋਲੋਂ ਜ਼ਰੂਰ ਸਾਡੇ ਦਰਸ਼ਕਾਂ ਲਈ ਜਾਣਕਾਰੀ ਚਾਹਾਂਗੇ। ਤੁਸੀਂ ਮਿਹਰਬਾਨੀ ਕਰਕੇ ਸਾਡੇ ਨਾਲ ਲਾਈਨ ਤੇ ਬਣੇ ਰਹੋ। ਥੋੜੀ ਦੇਰ 'ਚ ਅਸੀਂ ਫਿਰ ਮੁੜ ਹਾਜ਼ਰ ਹਾਂ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਵਿਦਾਸ ਗੁਰੂ ਘਰ ਨੂੰ ਨਿਊਯਾਰਕ ਦੀ ਧਰਤੀ ਤੇ ਬਣਿਆ 25 ਸਾਲ ਪੂਰੇ ਹੋਣ ਜਾ ਰਹੇ ਹਨ। ਇਹ ਮਹਾਨ ਪਵਿੱਤਰ 25ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਵੱਲੋਂ ਆਪ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਹੀ ਪਿਆਰ ਅਤੇ ਸ਼ਰਧਾ ਦੇ ਨਾਲ 2 ਫਰਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਢਾਡੀ ਜਥੇ ਪ੍ਰਚਾਰਕ ਆਪ ਸਰਬੱਤ ਸੰਗਤਾਂ ਦੀ ਸੇਵਾ ਨਿਭਾਉਣ ਦੇ ਲਈ ਪਹੁੰਚ ਰਹੇ ਹਨ। ਉੱਥੇ ਪੰਥ ਦੇ ਮਹਾਨ ਬੁਲਾਰੇ ਗੁਰੂ ਘਰ ਦਾ 25 ਸਾਲਾਂ ਦਾ ਇਤਿਹਾਸ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝਾ ਕਰਨ ਵਾਸਤੇ ਪਹੁੰਚ ਰਹੇ ਹਨ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਆਪ ਜੀ ਆਪਣੇ ਪਰਿਵਾਰਾਂ ਦੋਸਤਾਂ ਮਿੱਤਰਾਂ ਸਹਿਤ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਵਧਾਓ ਔਰ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾਅ ਗਰੁੱਪ ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ, ਡਿਫੈਂਸ, ਫੈਮਿਲੀ, ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਓਲੇਸ਼ਨ, ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888824 7227 ਅਤੇ 917 728 0049। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. गुरु की पाशे चलिए अपना जीवन सफल बनाइए। आओ गुरु की पाशे चलिए अपना जीवन सफल बनाइए। अपना जीवन सफल बनाइए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰਵਿਦਾਸ ਗੁਰੂ ਘਰ ਨੂੰ ਨਿਊਯਾਰਕ ਦੀ ਧਰਤੀ ਤੇ ਬਣਿਆ 25 ਸਾਲ ਪੂਰੇ ਹੋਣ ਜਾ ਰਹੇ ਹਨ। ਇਹ ਮਹਾਨ ਪਵਿੱਤਰ 25ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਵੱਲੋਂ ਆਪ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਹੀ ਪਿਆਰ ਅਤੇ ਸ਼ਰਧਾ ਦੇ ਨਾਲ 2 ਫਰਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਢਾਡੀ ਜਥੇ ਪ੍ਰਚਾਰਕ ਆਪ ਸਰਬੱਤ ਸੰਗਤਾਂ ਦੀ ਸੇਵਾ ਨਿਭਾਉਣ ਦੇ ਲਈ ਪਹੁੰਚ ਰਹੇ ਹਨ। ਉੱਥੇ ਪੰਥ ਦੇ ਮਹਾਨ ਬੁਲਾਰੇ ਗੁਰੂ ਘਰ ਦਾ 25 ਸਾਲਾਂ ਦਾ ਇਤਿਹਾਸ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝਾ ਕਰਨ ਵਾਸਤੇ ਪਹੁੰਚ ਰਹੇ ਹਨ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਆਪ ਜੀ ਆਪਣੇ ਪਰਿਵਾਰਾਂ ਦੋਸਤਾਂ ਮਿੱਤਰਾਂ ਸਹਿਤ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਵਧਾਓ ਔਰ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੱਪੂ ਸਵੀਟਸ, ਵਾਹ ਬਈ ਵਾਹ। ਅਸੀਂ ਕਰਦੇ ਹਾਂ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਖਾਣੇ ਦੀ ਕੇਟਰਿੰਗ। ਮਿਠਾਈਆਂ $3.99 a pound. Always fresh buffet. Sitting capacity for 50 people. Occasion ਚਾਹੇ ਕੋਈ ਵੀ ਹੋਵੇ, ਯਾਦ ਰੱਖੋ ਪੱਪੂ ਸਵੀਟਸ। For more information, call Pappu Sweets. We are located at major intersection, William Parkway, Cressler Drive. ਅੰਬਾ ਜੁਐਲਰ, ਹਰ ਕਿਸੇ ਦੀ ਪਹਿਲੀ ਪਸੰਦ। ਵੈਸਟਰਨ ਤੇ ਟ੍ਰੈਡੀਸ਼ਨਲ ਜੁਐਲਰੀ ਦੀ ਵੈਰਾਈਟੀ ਦੀ ਹੈ ਪਰਮਾਰ। ਹਰ ਤਰ੍ਹਾਂ ਦੀ ਪਾਰਟੀ ਵੈਡਿੰਗ ਓਕੇਜ਼ਨ ਲਈ ਤੁਹਾਨੂੰ ਕਰਦਾ ਹੈ ਤਿਆਰ। ਨਾਲ ਹੀ ਅਵੇਲੇਬਲ ਹਨ 24 ਕੈਰਟ 골ਡ coins ਤੇ ਸਪੈਸ਼ਲ ਗਿਫਟਸ। ਅੰਬਾ ਜੁਐਲਰਸ, 3713 74th Street, Jackson Heights, New York. Phone 718-639-2300. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਹਰਤੋਸ਼ ਬਾਲਜੀ ਹਨ ਔਰ 1984 ਉਹਦੇ ਕਾਰਨ, ਉਹਦਾ ਨਿਦਾਨ, ਉਹਦਾ ਪਿਛੋਕੜ ਔਰ ਉਸਦੇ ਸਾਰੇ ਪੱਖਾਂ ਦੇ ਉੱਤੇ ਗੱਲਬਾਤ ਕਰ ਰਹੇ ਹਨ। ਹਰਤੋਸ਼ ਜੀ, ਤੁਸੀਂ ਕਾਫੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਜਿਹੜੀ ਇੱਕ ਮੰਗ ਉੱਠਦੀ ਹੈ ਕਿ ਇਹਨਾਂ ਨੇ ਹੁਣ ਕੇਜਰੀਵਾਲ ਨੇ ਵੀ ਕਹਿ ਦਿੱਤਾ SIT ਦੀ ਫਾਰਮੇਸ਼ਨ ਬਾਰੇ, ਉਹ ਗਵਰਨਰ ਨਜੀਬ ਜੰਗ ਨੂੰ ਵੀ ਮਿਲ ਕੇ ਆਏ ਹੈ, ਤਾਂ ਪਹਿਲੀ ਗੱਲ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ SIT ਬਣ ਜਾਏਗੀ? ਕਿਉਂਕਿ ਫਿਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੁੰਦੀ ਹੈ ਤੇ ਯੂਨੀਅਨ ਹੋਮ ਮਿਨਿਸਟਰੀ ਦੇ ਅੰਡਰ। ਪਹਿਲੀ ਗੱਲ ਤਾਂ ਕੀ ਬਣ ਜਾਏਗੀ, ਤੇ ਜੇ ਬਣ ਜਾਏਗੀ ਤਾਂ ਕੀ ਕੁਛ ਇਹਦਾ ਜਿਸ ਮਕਸਦ ਲਈ ਸੋਚ ਕੇ ਕੀਤਾ ਜਾ ਰਿਹਾ ਉਹ ਪੂਰਾ ਹੋਏਗਾ? ਲੰਬ ਸਾਹਿਬ, 2 ਚੀਜ਼ਾਂ ਹੈਗੀਆਂ ਨੇ ਜਿੱਥੇ ਤੱਕ ਬਣ ਜਾਊਗੀ। ਮੈਨੂੰ ਲੱਗਦਾ ਪ੍ਰੈਸ਼ਰ ਅਗਰ ਜਾਰੀ ਰਿਹਾ ਤੇ ਸ਼ਾਇਦ ਕਾਂਗਰਸ ਨੂੰ ਅਨਾਉਂਸ ਕਰਨਾ ਪਏ, ਪਰ ਗੱਲ ਜਿੱਥੇ ਤੱਕ ਦੀ ਹੈਗੀ ਹੈ, ਕੋਸ਼ਿਸ਼ ਇਹ ਰਹੂਗੀ ਕਾਂਗਰਸ ਦੀ ਕਿ ਇਲੈਕਸ਼ਨ ਤੱਕ ਟਾਲ ਜਾਈਏ। ਇੱਕ ਵਾਰੀ ਟਾਲ ਦਿੱਤਾ ਤੇ ਫਿਰ ਦੇਖੀ ਜਾਊਗੀ ਕਿਸਨੇ ਬਣਾਉਣਾ ਹੈ, ਕੀ ਹੁੰਦਾ ਹੈਗਾ। ਅਗਰ ਬਣ ਜਾਂਦੀ ਹੈਗੀ ਹੈ ਤੇ ਦੂਜਾ ਸਵਾਲ ਇਹ ਉੱਠਦਾ ਹੈਗਾ, ਲਾਂਬਾ ਸਾਹਿਬ, 47 ਤੋਂ ਲੈ ਕੇ ਅੱਜ ਤੱਕ ਜਿੰਨੀ ਕੁ ਕਮਿਊਨਲ ਵਾਇਲੈਂਸ ਇਸ ਦੇਸ਼ 'ਚ ਹੋਈ ਹੈਗੀ ਹੈ, ਕਿਸੇ 'ਚ ਵੀ ਇਹੋ ਜਿਹੀ ਕੋਈ ਰਿਪੋਰਟ ਨਹੀਂ ਆਈ ਹੈਗੀ ਹੈ ਜਿਸਨੇ ਜਸਟਿਸ ਡਿਲੀਵਰ ਕੀਤੀ ਹੈਗੀ ਹੈ। ਕਿਸੇ ਜੁਡੀਸ਼ੀਅਲ ਇਨਕੁਆਇਰੀ ਨੇ ਕਦੇ ਜਸਟਿਸ ਨਹੀਂ ਡਿਲੀਵਰ ਕੀਤੀ ਹੈਗੀ ਹੈ। ਕਦੇ ਕੋਈ ਸੀਨੀਅਰ ਪੋਲੀਟੀਸ਼ੀਅਨ ਜਾ ਕੇ ਫੜਿਆ ਨਹੀਂ ਗਿਆ ਹੈਗਾ, ਜਾਂ ਡਾਇਰੈਕਟਲੀ ਜਿਹੜੀ ਕਨਸਪੀਰੇਸੀ ਸੀਗੀ ਉਹਨੂੰ ਅਨਅਰਥ ਨਹੀਂ ਕੀਤਾ ਗਿਆ ਹੈਗਾ। ਸਾਡੇ ਕੋਲ ਐਗਜ਼ਾਮਪਲ ਹੈਗਾ ਗੁਜਰਾਤ ਦਾ, ਜਿੱਥੇ ਸੁਪਰੀਮ ਕੋਰਟ ਮੋਨੀਟਰਡ SIT ਸੀ। ਇਹ ਹੈਗਾ ਕਿ ਪੁਰਾਣੇ ਇਨਵੈਸਟੀਗੇਸ਼ਨ ਤੋਂ ਥੋੜਾ ਜ਼ਿਆਦਾ ਕੰਮ ਕੀਤਾ ਜਾਊਗਾ। ਮਾਇਆ ਕੁਡਨਾਨੀ ਉੱਥੇ ਇੱਕ ਮੋਦੀ ਸਰਕਾਰ ਦੀ ਮਿਨਿਸਟਰ ਫੜੀ ਗਈ ਹੈਗੀ ਹੈ, ਇੰਡਾਈਟ ਹੋਈ ਹੈਗੀ, ਕਨਵਿਕਟ ਹੋਈ ਹੈਗੀ। ਪਰ ਜਿੱਥੇ ਤੱਕ ਲਾਰਜ ਸਕੇਲ ਕਨਸਪੀਰੇਸੀ, ਜਿੱਥੇ ਤੱਕ ਕੰਪਲਿਸਿਟੀ ਆਫ ਨਰਿੰਦਰ ਮੋਦੀ ਸਰਕਾਰ, ਜਿੱਥੇ ਤੱਕ ਪੁਲਿਸ ਵਾਲਿਆਂ ਦੀ ਸਾਂਝਗਾਠ ਜਿਹਨਾਂ ਨੇ ਦੰਗੇ ਮਾਰਕਾਟ ਕੀਤੀ ਹੈਗੀ, ਇਹ ਸਾਰੀ ਚੀਜ਼ਾਂ 'ਚ ਅਗਰ ਤੁਸੀਂ SIT ਦੀ ਰਿਪੋਰਟ ਪੜ੍ਹੋ ਤੇ ਜਿਹੜੀ ਉਹਦੀ ਕਨਕਲੂਜਨ ਹੈ ਆਪਣੇ ਐਵੀਡੈਂਸ ਦੇ ਖਿਲਾਫ ਦਿੱਤੀ ਗਈ ਹੈਗੀ ਹੈ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੇਣ ਲਈ। ਉਹੀ ਕਲੀਨ ਚਿੱਟ ਅੱਜ ਉਹਦੀ ਪਾਰਟੀ ਲੈ ਕੇ ਘੁੰਮਦੀ ਹੈਗੀ ਹੈ ਜਦੋਂ ਇਲੈਕਸ਼ਨ ਦੀ ਗੱਲ ਹੁੰਦੀ ਹੈਗੀ। ਤੇ ਇਹ ਇਸ ਪ੍ਰੋਸੈਸ ਦਾ ਇੱਕ ਹਿੱਸਾ ਤੇ ਰਹੂਗਾ ਹੀ ਰਹੂਗਾ ਲਾਂਬਾ ਸਾਹਿਬ। ਇਹ ਇਸ ਦੇਸ਼ ਦੀ ਕਮਿਊਨਲ ਹਿਸਟਰੀ ਦੀ ਇਥੋਸ ਦੀ ਇਨਕੁਆਇਰੀ ਦਾ ਇੱਕ ਬੇਸਿਕ ਫੈਕਟ ਹੈਗਾ। ਪਰ ਇਹ ਹੋ ਸਕਦਾ ਹੈਗਾ ਕਿ ਜਿਹੜੇ ਨਾਂ ਸਾਹਮਣੇ ਨਹੀਂ ਆਏ ਹੈਗੇ, ਕਮਲਨਾਥ ਵਰਗੇ ਲੋਕ, ਜਿਹੜੀ ਘਟਨਾਵਾਂ
ਸਿਰਫ ਦਿੱਲੀ ਨਹੀਂ ਪੂਰੇ ਦੇਸ਼ 'ਚ ਜਿਹੜੀ ਹੋਈਆਂ ਨੇ, ਜਿਸ ਤਰ੍ਹਾਂ ਸਰਵਿੰਗ ਫੌਜੀ ਇੱਥੇ ਦਿੱਲੀ 'ਚ ਟ੍ਰੇਨ ਤੋਂ ਕੱਢ ਕੇ ਮਾਰੇ ਗਏ ਹੈਗੇ, ਇਹੋ ਜਿਹੀ ਚੀਜ਼ਾਂ ਜਿਹੜੀ ਨਹੀਂ ਡਾਕੂਮੈਂਟ ਹੋਈਆਂ ਨੇ, ਇਹ ਇੱਕ ਵਾਰੀ ਸਾਹਮਣੇ ਆਉਣਗੀਆਂ, ਨਾਮ ਲਿੱਤੇ ਜਾਣਗੇ, ਘੱਟੋ ਘੱਟ ਕੁਝ ਹੋਰ ਸਵਾਲ ਸਾਹਮਣੇ ਆਉਣਗੇ, ਘੱਟੋ ਘੱਟ ਇਹ ਤੇ ਹੋਊਗਾ ਕਿ ਅਸੀਂ ਜਿਹੜੀ ਚੀਜ਼ ਨੂੰ ਨਹੀਂ ਭੁੱਲਣਾ ਚਾਹੀਦਾ ਉਹਦੀ ਕੁਛ ਨਾ ਕੁਛ ਤਾਜ਼ੀ ਫੈਕਟਸ ਦੇ ਨਾਲ ਗੱਲ ਦੀ ਅਵੇਅਰਨੈਸ ਵਧੂਗੀ। ਜੀ ਜੀ, ਅਗਰ ਇਤਨਾ ਕੁਝ ਤੁਹਾਨੂੰ ਲੱਗਦਾ ਹੈ ਪੋਜ਼ਿਟਿਵ ਹੋ ਸਕਦਾ ਹੈ, ਫਿਰ ਕੀ ਕਾਰਨ ਹੈ ਕਿ ਕਾਂਗਰਸ ਦੇ ਵਿਰੋਧ ਕਰਨਾ ਤਾਂ ਸਮਝ ਆ ਸਕਦਾ ਹੈ, ਪਰ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਵੀ ਬੜੇ ਮੱਠੀ ਜ਼ਬਾਨ ਵਿੱਚ ਇਸ ਦੀ ਵਿਰੋਧਤਾ ਕਰ ਰਹੇ ਹੈ? ਲਾਂਬਾ ਸਾਹਿਬ ਦੇਖੋ, ਮੈਂ ਕਿਹਾ ਹੈਗਾ ਇੱਥੇ ਜਿੱਥੇ ਤੱਕ ਨਾ ਹੈਗੇ RSS ਦੇ ਲੋਕਾਂ ਦੇ ਨਾਮ ਹੈਗੇ FIR 'ਚ ਜਿਹੜੇ 84 'ਚ ਦੰਗੇ ਹੋਣੇ, ਤੇ BJP ਦਾ ਇਹਦੇ ਇਨਕੁਆਇਰੀ ਨਾਲ ਕੋਈ ਇੰਟਰਸਟ ਨਹੀਂ ਸਰਵ ਹੁੰਦਾ ਹੈਗਾ। ਉਹ ਇੱਕ ਫਿਕਸ਼ਨ ਬਣਾ ਕੇ ਰੱਖ ਸਕਦੇ ਹੈਗੇ ਇਹ ਤੇ ਕਾਂਗਰਸ ਸਪਾਂਸਰਡ ਕਿਲਿੰਗ ਸੀਗੀਆਂ, ਆਪਣਾ ਰੋਲ ਜਾਂ ਪੂਰੀ ਇੱਕ ਮੈਜੋਰਿਟੇਰੀਅਨ ਟੈਂਡੈਂਸੀ ਜਿਹੜੀ ਐਕਸਪ੍ਰੈਸ ਹੋਈ ਹੈ ਉਹਨੂੰ ਉਹ ਨਹੀਂ ਅੱਗੇ ਉਜਾਗਰ ਕਰਨਾ ਚਾਹੁੰਦੇ ਨੇ। ਜਿੱਥੇ ਤੱਕ ਅਕਾਲੀ ਦਲ ਦਾ ਸਵਾਲ ਹੈਗਾ ਲਾਂਬਾ ਸਾਹਿਬ, ਅਕਾਲੀ ਦਲ ਤੇ ਮੈਨੂੰ ਲੱਗਦਾ ਹੈਗਾ ਜਿਸ ਤਰ੍ਹਾਂ ਅੱਜ ਦੀ ਕਾਂਗਰਸ ਜਵਾਹਰ ਲਾਲ ਨਹਿਰੂ ਦੀ ਕਾਂਗਰਸ ਨਹੀਂ ਹੈਗੀ, ਅੱਜ ਦੀ ਅਕਾਲੀ ਦਲ ਉਹ ਅਕਾਲੀ ਦਲ ਨਹੀਂ ਹੈਗੀ ਜਿਹਦੀ ਅਸੀਂ ਦਿਮਾਗ 'ਚ ਸੋਚ ਰੱਖਦੇ ਹੈਗੇ ਜਾਂ ਯਾਦ ਰੱਖਦੇ ਜਾਂ ਹਿਸਟਰੀ 'ਚ ਪੜ੍ਹਦੇ ਹੈਗੇ। ਇਹ ਇੱਕ ਪਰਸਨਲ ਜਾਗੀਰ ਹੈਗੀ ਹੈ ਬਾਦਲਾਂ ਦੀ, ਇਹਨਾਂ ਨੂੰ ਜਿਹੜਾ ਆਪਣਾ ਪੋਲੀਟੀਕਲ ਸਰਕਮਸਟੈਂਸਸ ਜੋ ਸੂਟ ਕਰਦਾ ਹੈ ਉਹ ਕੰਮ ਕਰਦੇ ਹੈਗੇ। ਇਹਨਾਂ ਨੂੰ ਹੁਣੇ ਲੱਗਦਾ ਹੈਗਾ ਕਿ ਇਹੋ ਜਿਹੀ ਚੀਜ਼ਾਂ ਨੂੰ ਵਧਾ ਕੇ ਆਪਣੇ ਲਈ ਥੋੜਾ ਸਟੇਟ 'ਚ ਇਨਕਨਵੀਨੀਅੰਸ ਕ੍ਰੀਏਟ ਕਰਨਾ ਹੈਗਾ, ਤੇ ਉਹ ਤੇ ਸ਼ੁਰੂ ਤੋਂ ਹੀ ਤੁਸੀਂ ਦੇਖੋ ਬਾਦਲ ਦਾ ਰੋਲ 84 ਤੋਂ ਲੈ ਕੇ ਅੱਗੇ ਤੱਕ ਮੈਨੂੰ ਤਾਂ ਲੱਗਦਾ ਕਈ ਵਾਰੀ ਇੱਕ ਅਲੱਗ ਕਮਿਸ਼ਨ ਆਫ ਇਨਕੁਆਇਰੀ ਸਿਰਫ ਪ੍ਰਕਾਸ਼ ਸਿੰਘ ਬਾਦਲ ਤੇ ਬਹਿਣਾ ਚਾਹੀਦਾ ਹੈਗਾ। ਅਰਤੋਸ਼ ਜੀ, ਤੁਸੀਂ ਇੱਕ ਗੱਲ ਕਹੀ ਹੈ ਕਿ ਨਾ ਤਾਂ ਅਕਾਲੀ ਦਲ ਉੱਦਾਂ ਦਾ ਪਹਿਲੇ ਵਾਲਾ ਰਿਹਾ, ਨਾ ਹੀ ਕਾਂਗਰਸ ਰਹੀ, ਤੇ ਪਰ ਇੱਕ ਗੱਲ ਮੰਨਣਾ ਨਹੀਂ ਪਏਗਾ ਕਿ ਪਬਲਿਕ ਵੀ ਪਹਿਲੇ ਵਾਲੀ ਨਹੀਂ ਰਹੀ, ਜਿਹੜੀ ਕਿ ਪ੍ਰੀ ਪਾਰਟੀਸ਼ਨ ਸੀਗੀ ਉੱਦਾਂ ਦੀ ਪਬਲਿਕ ਵੀ ਨਹੀਂ ਰਹੀ। ਇਹਦਾ ਮਤਲਬ ਹੈ ਯਥਾ ਪ੍ਰਜਾ ਤਥਾ ਰਾਜਾ ਕਿਹਾ ਜਾ ਸਕਦਾ ਹੈ? ਲਾਂਬਾ ਸਾਹਿਬ, ਪ੍ਰਜਾ ਨੇ ਰਾਜਾ ਨੂੰ ਬਣਾਇਆ ਹੈਗਾ ਜਾਂ ਰਾਜੇ ਨੂੰ ਇਸ ਪ੍ਰਜਾ ਦੇ ਇਸ ਸਰੂਪ 'ਚ ਸ਼ੇਪ ਕੀਤਾ ਹੈਗਾ, ਮੈਨੂੰ ਲੱਗਦਾ ਦੋਨੋਂ ਚੀਜ਼ਾਂ ਹੋਈਆਂ ਨੇ। ਪਰ ਗੱਲ ਤੁਹਾਡੀ ਇੱਕਦਮ ਠੀਕ ਹੈਗੀ, ਪਾਰਟੀਸ਼ਨ ਦੀ ਲੈਗੇਸੀ ਵੀ ਇੱਕ ਇਹ ਰਹੀ ਹੈਗੀ ਹੈ ਜਿਹੜੀ ਡਿਵੀਜ਼ਨ ਹੋਈ ਹੈ, ਤੇ ਗੱਲ ਤੇ ਕਿਤੇ ਨਾ ਕਿਤੇ ਪਾਰਟੀਸ਼ਨ ਤੋਂ ਪਹਿਲਾਂ ਹੀ ਸ਼ੁਰੂ ਹੋਈ ਸੀਗੀ। ਉਹ ਗੱਲ ਉੱਥੇ ਤੱਕ ਆ ਗਈ ਹੈਗੀ ਹੈ ਕਿ ਲੋਕ ਆਪਣੇ ਕਮਿਊਨਿਟੀ ਦੀ ਆਈਡੈਂਟਿਟੀ ਨੂੰ ਇੰਨੀ ਅਹਿਮੀਅਤ ਦੇ ਰਹੇ ਹੈਗੇ ਕਿ ਇੱਕ ਜਿਹੜੀ ਨੈਸ਼ਨਲ ਆਈਡੈਂਟਿਟੀ ਹੈਗੀ ਹੈ ਉਹ ਵੀਕਨ ਹੁੰਦੀ ਜਾ ਰਹੀ ਹੈਗੀ ਹੈ, ਜਿੰਨਾ ਮਰਜ਼ੀ ਅਸੀਂ ਕਹੀਏ। ਜੀ ਅਰਤੋਸ਼ ਜੀ, ਇਹਦੇ ਵਿੱਚ ਇੱਕ ਜ਼ਰੂਰ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਜਿਹੜਾ ਜ਼ਿਕਰ ਕੀਤਾ ਹੈ ਕਿ ਬਹੁਤ ਵੱਡੇ ਗਿਣਤੀ ਵਿੱਚ ਫੌਜੀ ਅਫਸਰ ਜਾਂ ਜਵਾਨ ਜਿਹੜੇ ਡਿਊਟੀ ਤੇ ਸਨ ਜਾਂ ਜਿਹੜੇ ਫੌਜੀ ਵਰਦੀ ਦੇ ਵਿੱਚ ਸਨ ਉਹਨਾਂ ਦਾ ਵੀ ਕਤਲ ਹੋਇਆ, ਕੀ ਆਰਮੀ ਹੈੱਡਕੁਆਰਟਰ ਨੇ ਉਹਨਾਂ ਦੀ ਗਿਣਤੀ ਵੀ ਜਿਹੜੀ ਹੈ ਉਹ ਵੀ ਭੁੱਲ ਗਏ ਜਾਂ ਉਹਨਾਂ ਨੇ ਵੀ ਆਪਣਾ ਫਰਜ਼ ਪੂਰਾ ਨਹੀਂ ਕੀਤਾ? ਉਸ ਤੋਂ ਬਾਅਦ ਜਿਹੜੇ ਹੈ ਜੇ ਸਿੰਘ ਵੀ ਆਏ, ਬਿਕਰਮ ਸਿੰਘ ਵੀ ਆਏ, ਕਈ ਔਰ ਹੁਣ ਵੀ ਹੈਗੇ ਹੈ, ਪਰ ਇਹਦਾ ਮਤਲਬ ਫੌਜ ਨੇ ਵੀ ਆਪਣਾ ਜਿਹੜਾ ਹੈਗਾ ਜਿਹਨੂੰ ਇਹ ਪੋਲੀਟੀਕਲ ਕਿਹਾ ਜਾਂਦਾ ਉਹ ਵੀ ਨਾ ਰਹੀ ਹੈਗੀ। ਦੇਖੋ ਲਾਮੂ ਸਾਹਿਬ, ਫੌਜ ਨੇ ਕੀ ਕਰਨਾ ਸੀਗਾ, ਤੁਸੀਂ ਇਹ ਦੇਖੋ, ਤੁਸੀਂ ਤਾਂ ਨਾਂ ਲਿਆ ਜੇ ਸਿੰਘ ਜਾਂ ਬਿਕਰਮ ਸਿੰਘ ਕੇ ਮੇ ਵੀ ਸਾਡਾ ਇਹ ਐਕਸਪੈਕਟੇਸ਼ਨ ਹੈ ਕਿ ਸਿੱਖ ਜਨਰਲ ਕੁਝ ਕਰਨਗੇ। ਗੱਲ ਤੇ ਇਹ ਹੈਗੀ ਹੈ ਕੋਈ ਵੀ ਸਰਵਿੰਗ ਆਰਮੀ ਕਿਤੇ ਵੀ ਕਿਸੇ ਦੇਸ਼ 'ਚ ਆਪਣੇ ਜਵਾਨਾਂ ਤੇ, ਚਾਹੇ ਉਹ ਕਿਸੇ ਵੀ ਕੌਮ ਦੇ ਹੋਣ, ਉਹਨਾਂ ਦਾ ਖੁੱਲੇਆਮ ਮਰਡਰ ਹੋਣਾ, ਉਹਦੇ ਬਾਰੇ ਕੁਛ ਨਾ ਕਹੇ, ਇਹ ਤੇ ਬੜੀ ਹੈਰਾਨੀ ਦੀ ਗੱਲ ਹੈਗੀ ਹੈ। ਮੈਨੂੰ ਲੱਗਦਾ ਦੇਖੋ ਲਾਂਬਾ ਸਾਹਿਬ ਕਿ ਇਹ ਜਿਹੜਾ ਪ੍ਰੋਸੈਸ ਜਦੋਂ ਇਨਕੁਆਇਰੀ ਸ਼ੁਰੂ ਹੋਇਆ ਹੈਗਾ 84 ਦੇ ਬਾਅਦ ਜਿਹੜਾ ਮਿਸ਼ਰਾ ਕਮਿਸ਼ਨ ਵਗੈਰਾ, ਤੇ ਉਦੋਂ ਜਿਹੜੇ ਜੁਡੀਸ਼ੀਅਲ ਪ੍ਰੋਸੈਸ ਤੋਂ ਡਿਵੀਏਸ਼ਨ ਮੈਨੀਪੂਲੇਸ਼ਨ ਜਿਹੜੀ ਹੋਈ ਹੈਗੀ ਹੈ, ਇਹ ਗੱਲ ਆਰਮੀ 'ਚ ਵੀ ਸੱਚ ਸੀਗੀ। ਇਹਦੇ ਉੱਤੇ ਕਿਸੇ ਵੀ ਇੰਸਟੀਟਿਊਸ਼ਨ ਨੇ, ਮੈਂ ਕਹਿੰਦਾ ਹੈਗਾ ਮੀਡੀਆ ਨੂੰ ਮਿਲਾ ਕੇ ਉਹ ਅਟੈਂਸ਼ਨ ਨਹੀਂ ਫੋਕਸ ਕੀਤੀ ਜਿਹੜੀ 2002 ਦੇ ਬਾਅਦ ਗੁਜਰਾਤ ਨੂੰ ਫੋਕਸ ਹੋਈ ਹੈਗੀ। ਉਦੋਂ ਪੰਜਾਬ ਦਾ ਮਸਲਾ ਗਰਮਾਇਆ ਹੋਇਆ ਸੀਗਾ। ਮੈਨੂੰ ਲੱਗਦਾ ਹੈਗਾ ਮੈਂ ਇੱਕ ਐਕਸਟਰਾਪੋਲੇਟ ਹੀ ਕਰ ਸਕਦਾ ਹੈਗਾ ਕਿ ਉਦੋਂ ਆਰਮੀ ਇਹੋ ਜਿਹੀ ਚੀਜ਼ ਕਰੇ ਜਾਂ ਮੀਡੀਆ ਇਹੋ ਜਿਹੀ ਚੀਜ਼ਾਂ ਦੇ ਬਾਰੇ ਜ਼ਿਆਦਾ ਜ਼ੋਰ ਸ਼ੋਰ ਨਾਲ ਲਿਖੇ, ਇੱਕ ਐਂਟੀ ਨੈਸ਼ਨਲ ਜੀ ਐਕਟੀਵਿਟੀ ਇਹਦਾ ਧੱਬਾ ਲੱਗ ਗਿਆ ਸੀਗਾ ਉਦੋਂ ਕਿ ਤੁਸੀਂ ਸਿੱਖਾਂ ਦੀ ਗੱਲ ਕਿਉਂ ਕਰ ਰਹੇ ਇਹੋ ਜਿਹੇ ਟਾਈਮ ਤੇ।
ਸਮਝ ਗਏ। ਤੇ ਇਹਦਾ ਮੈਨੂੰ ਲੱਗਦਾ ਹੈਗਾ 10-15 ਸਾਲ ਜੁਡੀਸ਼ੀਅਲ ਪ੍ਰੋਸੈਸ ਤੇ ਵੀ ਬੜਾ ਅਸਰ ਪਿਆ ਹੈਗਾ। ਜੀ ਤੁਸੀਂ ਜਿਹੜੀ ਇਹ ਸਾਰੀ ਦੱਸੀ ਔਰ ਸਾਨੂੰ ਇਹਦੇ ਵਿੱਚ ਇੱਕ ਚੀਜ਼ ਮੈਂ ਜ਼ਰੂਰ, ਤੁਸੀਂ ਜ਼ਿਕਰ ਕੀਤਾ ਹੈ ਕਿ ਸਾਰੇ ਦੇ ਸਾਰੇ ਜਿਹੜਾ ਪੂਰਾ ਵਾਤਾਵਰਣ ਹੀ ਜਿਸ ਨੂੰ ਕਹਿੰਦੇ ਹੋ ਕਿ ਕਮਿਊਨਲਿਜ਼ਮ ਦਾ ਧੱਬਾ ਲੱਗ ਗਿਆ, ਭਾਵੇਂ ਆਰਮੀ ਹੋਏ, ਜੁਡੀਸ਼ਰੀ ਹੋਏ ਜਾਂ ਜੋ ਕੁਝ ਵੀ ਹੋਏ। ਪਰ ਇੱਕ ਗੱਲ ਤਾਂ ਬੜੀ ਇੱਕ ਜਿਵੇਂ ਕਹਿੰਦੇ ਆਸ ਦੀ ਕਿਰਨ ਨਜ਼ਰ ਆਉਂਦੀ ਹੈ ਕਿ 1984 ਦੇ ਵਿੱਚ PUCL, PUDR, ਸਿਟੀਜ਼ਨਸ ਫॉर ਜਸਟਿਸ ਔਰ ਹੋਰ ਸਾਰੀਆਂ ਜਿਹੜੀਆਂ ਰਿਪੋਰਟਾਂ ਖੁੱਲ੍ਹ ਕੇ ਸਾਹਮਣੇ ਆਈਆਂ, ਉਹਨਾਂ ਵਿੱਚ ਤਾਂ ਕੋਈ ਵੀ ਜਿਹੜੇ ਬਲਕਿ ਦੂਸਰੀ ਕਮਿਊਨਿਟੀ ਦੇ ਸੀ, ਦੂਸਰੇ ਗੈਰ ਸਿੱਖ ਸਨ, ਪਰ ਉਹਨਾਂ ਨੇ ਇਸ ਦਲੇਰੀ ਦੇ ਨਾਲ ਜੋ ਕੀਤਾ ਉਹ ਲੱਗਦਾ ਨਹੀਂ ਕਿ ਅਗਰ ਹੁਣ ਇਹ ਮੁੜ ਕੇ ਦੁਬਾਰਾ ਆਏਗਾ ਤਾਂ ਫਿਰ ਇਸ ਤਰ੍ਹਾਂ ਦਾ ਅਨਸਰ ਜਾਂ ਇੱਦਾਂ ਦੇ ਸਾਡੇ ਅੰਦਰ, ਕੌਮ ਦੇ ਅੰਦਰ, ਦੇਸ਼ ਦੇ ਅੰਦਰ ਐਸੇ ਲੋਕ ਹਨ, ਐਸੀਆਂ ਇੰਸਟੀਟਿਊਸ਼ਨਸ ਹਨ ਜਿਹੜੀਆਂ ਖੁੱਲ੍ਹ ਕੇ ਸਾਹਮਣੇ ਆ ਜਾਣਗੀਆਂ। ਲਾਮਾ ਸਾਹਿਬ, ਇਸ ਮਸਲੇ 'ਚ ਤੇ ਮੈਂ ਥੋੜਾ ਹੋਰ ਆਪਟਿਮਿਸਟਿਕ ਹੈ। ਮੈਨੂੰ ਲੱਗਦਾ ਹੈਗਾ ਕਿ ਤੁਸੀਂ 84 ਤੇ 2002 ਦਾ ਹੀ ਡਿਫਰੈਂਸ ਦੇਖ ਲਓ ਜੀ, ਕਿ ਜਿਹੜਾ ਉਹਦੇ ਬਾਅਦ NGOs ਤੇ ਇਹੋ ਜਿਹੀ ਸੰਸਥਾਵਾਂ PUCL, PUDR ਦਾ ਕੰਮ ਰਿਹਾ ਹੈਗਾ ਜਾਂ ਮੀਡੀਆ ਦਾ ਆਪਣਾ ਰੋਲ ਰਿਹਾ ਹੈਗਾ, 84 ਤੋਂ ਕਿਤੇ ਜ਼ਿਆਦਾ ਐਕਟਿਵ ਰਿਹਾ ਹੈਗਾ, ਕਿਤੇ ਜ਼ਿਆਦਾ ਐਗਰੈਸਿਵ ਰਿਹਾ ਹੈਗਾ। ਮੈਨੂੰ ਲੱਗਦਾ ਹੈਗਾ ਅੱਗੇ ਚੱਲ ਕੇ ਅਗਰ ਕੋਈ ਹੋਰ ਘਟਨਾ ਹੋਊਗੀ ਤੇ ਕਾਊਂਟਰ ਫੋਰਸ ਹੈਗਾ, ਉਹ ਮੈਜੋਰਿਟੀ ਨਾ ਹੋਏ ਪਰ ਕਾਫੀ ਲੋਕ ਇਹੋ ਜਿਹੇ ਹੈਗੇ ਜਿਹੜਾ ਸਮਝ ਗਏ ਹੈਗੇ ਕਿ ਇਸ ਚੀਜ਼ ਨੂੰ ਐਕਸਪੋਜ਼ ਕਰਕੇ ਸਾਹਮਣੇ ਲਾ ਕੇ ਕਿ ਇਹਦੇ ਬਾਰੇ ਸਸਟੇਨਡ ਇਨਵੈਸਟੀਗੇਸ਼ਨ, ਵਿਟਨੈਸਸ ਨੂੰ ਪ੍ਰੋਟੈਕਸ਼ਨ ਦੇ ਕੇ ਇਹਨਾਂ ਨੂੰ ਪ੍ਰੈਸ਼ਰ ਤੋਂ ਦੂਰ ਰੱਖ ਕੇ ਕਿੰਨਾ ਅਚੀਵ ਕੀਤਾ ਜਾ ਸਕਦਾ ਹੈਗਾ, ਇਸ ਗੱਲ ਦੀ ਵੀ ਸਮਝ ਆ ਗਈ ਹੈਗੀ ਹੈ ਮੈਨੂੰ। ਜੀ ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕੇਜਰੀਵਾਲ ਦਾ ਇਹ ਮੂਵ ਹੈ ਇਹ ਪੋਲੀਟੀਕਲੀ ਹੈ, ਇਹਦੇ ਵਿੱਚ ਵੀ ਤੁਹਾਨੂੰ ਕੋਈ ਮੋਟਿਵ ਲੱਗਦਾ ਹੈ ਉਹਨਾਂ ਦਾ, ਜਾਂ ਉਹਨਾਂ ਦੀ ਓਨੈਸਟੀ ਤੁਹਾਨੂੰ ਕਿੰਨੀ ਕੁ ਨਜ਼ਰ ਆਉਂਦੀ ਹੈ ਇਸ ਮੂਵ ਕਰਨ ਦੇ ਵਿੱਚ? ਲਾਂਬਾ ਸਾਹਿਬ ਦੇਖੋ, ਮੈਨੂੰ ਲੱਗਦਾ ਹੈ ਕੋਈ ਵੀ ਪੋਲੀਟੀਕਲ ਪਾਰਟੀ ਇਹੋ ਜਿਹੀ ਚੀਜ਼ ਤੇ ਕਰਦੀ ਨਹੀਂ ਹੈਗੀ ਹੈ ਜਿਹਦਾ ਕੋਈ ਨਾ ਕੋਈ ਪੋਲੀਟੀਕਲ ਫਾਇਦਾ ਹੋ ਨਾ। ਉਹ ਤੇ ਪੋਲੀਟਿਕਸ ਦਾ ਨਾਂ ਹੀ ਪੋਲੀਟੀਕਲ ਇਸ ਲਈ ਕਹਿੰਦੇ ਹੈਗੇ। ਪਰ ਮੈਨੂੰ ਲੱਗਦਾ ਹੈਗਾ ਕਿ ਇਹ ਚੀਜ਼ ਰਾਹੁਲ ਗਾਂਧੀ ਦੇ ਕਹਿਣ ਦੇ ਬਾਅਦ ਸਾਹਮਣੇ ਜ਼ਰੂਰ ਆਈ ਹੈਗੀ ਹੈ, ਪਰ ਇਹ ਆਪ ਦੇ ਮੈਨੀਫੈਸਟੋ 'ਚ ਸੀਗੀ। ਉਲਕਾ ਸਾਹਿਬ ਵਰਗੇ ਲੋਕ ਇਹਦੇ ਨਾਲ ਇਨਵੋਲਵ ਰਹੇ ਹੈਗੇ ਇਸ ਇਸ਼ੂ ਨਾਲ। ਮੈਨੂੰ ਲੱਗਦਾ ਹੈਗਾ ਕਿ ਕੁਝ ਹੱਦ ਤੱਕ ਜਿੱਥੇ ਦੋਨੋਂ ਚੀਜ਼ਾਂ ਨਾਲ ਆ ਰਹੀਆਂ ਨੇ, ਇੱਕ ਸਿੰਸੀਅਰ ਐਫਰਟ ਤੇ ਉਹਦਾ ਪੋਲੀਟੀਕਲ ਫਾਇਦਾ, ਤੇ ਹੋ ਸਕਦਾ ਹੈ ਦੋਨੋਂ ਚੀਜ਼ਾਂ ਠੀਕ ਹੋਣ। ਜੀ ਤੇ ਤੁਹਾਨੂੰ ਇਹ ਜਿਹੜਾ ਰਾਹੁਲ ਦਾ ਇੰਟਰਵਿਊ ਹੈ ਇਹਨੂੰ ਤੁਸੀਂ ਕਿੱਦਾਂ ਸਮ ਅਪ ਕਰਦੇ ਹੋ? ਤੁਹਾਡਾ ਕੀ ਇਹਦੇ ਬਾਰੇ ਵਿਚਾਰ ਹੈ? ਲਾਂਬਾ ਸਾਹਿਬ ਤੇ ਕਿਹਾ ਹੈਗਾ ਕਿ ਇੱਕ ਫੰਬਲਿੰਗ ਬਹੁਤ ਹੀ, ਮੈਂ ਕਹੂੰਗਾ ਇੱਕ ਰਾਜਨੀਤੀ 'ਚ ਇੱਕ ਐਮੇਚਰ ਦੀ ਇੰਟਰਵਿਊ ਸੀਗੀ। ਉਸ ਕਾਰਨ ਹੀ ਇਹ ਇੰਨੀ ਇੰਪੋਰਟੈਂਟ ਇੰਟਰਵਿਊ ਬਣ ਗਈ ਕਿਉਂਕਿ ਇਹਦਾ ਐਕਚੁਅਲ ਇੰਪੈਕਟ ਜਿਹੜਾ ਹੈਗਾ ਹੈ ਇਹ ਇੰਟੈਂਡਡ ਇੰਪੈਕਟ ਨਹੀਂ ਸੀਗਾ। ਇਹ ਮੈਨੂੰ ਲੱਗਦਾ ਹੈਗਾ ਇਸ ਇਸ਼ੂ ਲਈ ਫਾਇਦੇਮੰਦ ਹੀ ਰਹੂਗਾ। ਜੀ ਤੇ ਅਖੀਰਲਾ ਮੇਰਾ ਸਵਾਲ ਹੈ, ਔਰ ਵਾਕਈ ਬਿਲਕੁਲ ਅਖੀਰਲਾ, ਕਿ ਉਸ ਵੇਲੇ ਰਾਸ਼ਟਰਪਤੀ ਦੀ ਗੱਲ ਨਹੀਂ ਸੁਣੀ ਗਈ। ਹੋਮ ਮਿਨਿਸਟਰ ਨਰਸਿਮਹਾ ਰਾਓ ਸੀ, ਉਹ ਵੀ ਮੂੰਹ ਤਾਂ ਉਹਨਾਂ ਦਾ ਹਮੇਸ਼ਾ ਬੰਦ ਰਹਿੰਦਾ ਸੀ, ਪਰ ਉਸ ਵੇਲੇ ਉਹਨਾਂ ਨੇ ਕੰਨ ਵੀ ਬੰਦ ਕਰ ਲਏ। ਤੇ ਇਹ ਜਿਹੜਾ ਸਾਰਾ ਕੁਝ ਹੋਇਆ, ਔਰ ਉਸ ਦੇ ਨਾਲ ਹੀ ਤਕਰੀਬਨ 300 ਪੁਲਿਸ ਆਫਿਸਰਸ ਜਿਨ੍ਹਾਂ ਦਾ ਨਾਮ ਲਿਆ ਗਿਆ। ਸੋ ਇਹਦਾ ਮਤਲਬ ਕਿ ਇਹ ਕਹਿ ਲਿਆ ਜਾਏ, ਜੇ ਇਨਕੁਆਇਰੀ ਹੋਏਗੀ, ਜੇ ਇਨਵੈਸਟੀਗੇਸ਼ਨ ਹੁੰਦੀ ਹੈ, ਇਹਦਾ ਮਤਲਬ ਪੂਰੀ ਦੀ ਪੂਰੀ ਸਰਕਾਰ ਹੀ ਔਰ ਸਰਕਾਰੀ ਮਸ਼ੀਨਰੀ ਹੀ ਪੂਰੀ ਦੀ ਪੂਰੀ ਇੰਡਾਇਕਟ ਹੁੰਦੀ ਹੈ। ਇਹੀ ਸ਼ਾਇਦ ਬੜੀ ਵੱਡੀ ਵਜ੍ਹਾ ਹੈਗੀ ਹੈ ਕਿ ਇਸ ਦੇ ਵਿੱਚ ਕੋਈ ਹੋਰ ਕਾਰਵਾਈ ਨਹੀਂ ਹੋਣ ਦੇਣਾ ਚਾਹੁੰਦੇ। ਕੀ ਇਸ ਨੂੰ ਤੁਸੀਂ ਸਹੀ ਮੰਨਦੇ ਹੋ? ਲਾਂਬਾ ਸਾਹਿਬ, ਜਿਹੜੀ ਤੁਸੀਂ ਗੱਲ ਕਹੀ ਹੈਗੀ, ਆਈ ਥਿੰਕ ਐਗਜ਼ੈਕਟ ਨੰਬਰ 278 ਪੁਲਿਸ ਆਫਿਸਰ ਸੀਗੇ ਉਸ ਟਾਈਮ ਦੇ। ਉਹ ਸਾਰੇ ਸੀਨੀਅਰ ਲੈਵਲ ਦਿੱਲੀ ਪੁਲਿਸ ਦੇ ਉੱਠੇ ਹੈਗੇ। ਕਿਸੇ ਵੀ ਦਿੱਲੀ ਪੁਲਿਸ ਦੇ ਅਫਸਰ ਦੇ ਅਗੇਂਸਟ ਐਕਸ਼ਨ ਕਦੇ ਨਹੀਂ ਲਿੱਤਾ ਗਿਆ ਹੈਗਾ। ਮੈਂ ਤੇ ਕਹਿੰਦਾ ਅੱਜ ਤਿੱਕਰ ਪੂਰੀ ਜਿਹੜੀ ਦਿੱਲੀ ਪੁਲਿਸ ਹੈਗੀ ਹੈ ਉਹ ਪੂਰੀ ਤਰ੍ਹਾਂ ਤੇ 84 ਦੇ ਧੱਬੇ ਨਾਲ ਕੰਪਰੋਮਾਈਜ਼ ਹੈਗੀ ਹੈ। ਇਹ ਪਰ ਦਿੱਲੀ ਪੁਲਿਸ ਸਿਰਫ ਆਪਣੀ ਮਰਜ਼ੀ ਨਾਲ ਕਿਉਂ ਐਕਟ ਕਰੂਗੀ? ਜਿੱਥੇ ਯੂਨੀਅਨ ਹੋਮ ਮਿਨਿਸਟਰ ਕਿ ਪ੍ਰੈਜ਼ੀਡੈਂਟ ਦਾ ਫੋਨ ਕਾਲ ਦਿੱਲੀ ਦਾ ਪੁਲਿਸ ਕਮਿਸ਼ਨਰ ਵੀ ਨਹੀਂ ਚੱਕ ਰਿਹਾ ਸੀ। ਇਹ ਗੱਲਾਂ ਵੈਰੀਫਾਈਬਲ ਹੈਗੀਆਂ। ਇਹ ਗੱਲਾਂ ਦੇ ਰਿਕਾਰਡ ਅਵੇਲੇਬਲ ਹੈਗੇ। ਇਹੋ ਜਿਹੀ ਚੀਜ਼ ਤੇ SIT ਵੈਰੀਫਾਈ ਕਰਕੇ ਸਾਹਮਣੇ ਲਾ ਸਕਦੀ ਹੈਗੀ ਹੈ ਕਿ
ਪ੍ਰੈਜ਼ੀਡੈਂਟ ਆਫ ਦ ਨੇਸ਼ਨ, ਦ ਹੈਡ ਆਫ ਦ ਸਟੇਟ ਤੋਂ ਕਿੰਨੀ ਕਾਲਸ ਗਈਆਂ ਨੇ ਹੈਗੀਆਂ ਟੂ ਕਨਸਟੀਟਿਊਸ਼ਨਲ ਅਥਾਰਟੀਜ਼? ਹਾਂਜੀ, ਕਿਸ ਟਾਈਮ ਤੇ ਗਈ ਹੈਗੀਆਂ ਨੇ? ਜੀ ਜੀ ਜੀ। ਕੀ ਨਤੀਜਾ ਨਿਕਲਿਆ ਹੈਗਾ? ਸਿੰਪਲ ਗੱਲ ਹੈਗੀ ਹੈ, ਇੱਕ ਇਨਕੁਆਇਰੀ ਕਮੇਟੀ ਬੈਠ ਜਾਏ ਤੇ ਇੰਨੀ ਚੀਜ਼ ਤੇ ਸਾਹਮਣੇ ਆ ਸਕਦੀ ਹੈ। ਮੈਨੂੰ ਲੱਗਦਾ ਇੱਥੇ ਪ੍ਰਿਵਿਲੇਜ ਯੂਜ਼ ਕੀਤਾ ਜਾਏਗਾ ਲਾਂਬਾ ਸਾਹਿਬ, ਕਿਉਂਕਿ ਅੱਜ ਤੱਕ ਵੀ 2002 ਨੂੰ ਲੈ ਕੇ ਜਿਹੜੀ ਚਿੱਠੀਆਂ ਨਾਰਾਇਣਨ ਨੇ ਵਾਜਪਾਈ ਨੂੰ ਲਿਖੀ ਸੀਗੀ, ਹਾਂਜੀ, ਉਹਨਾਂ ਨੂੰ ਕਦੇ ਟੇਬਲ ਨਹੀਂ ਕੀਤਾ ਗਿਆ ਹੈਗਾ। ਉਹਨਾਂ ਨੂੰ ਇਸ ਇਨਕੁਆਇਰੀ ਜਾਂ ਕਿਸੇ ਵੀ ਪਬਲਿਕ ਨੌਲੇਜ ਦੇ ਦਾਇਰੇ ਦੇ ਬਾਹਰ ਰੱਖਿਆ ਗਿਆ ਹੈਗਾ। ਇਹੋ ਜਿਹੀ ਚੀਜ਼ਾਂ ਦਾ ਇਸਤੇਮਾਲ ਜ਼ਰੂਰ ਹੋਊਗਾ, ਪਰ ਇਹ ਇਨਕੁਆਇਰੀ ਇਹੋ ਜਿਹੇ ਸਵਾਲ ਜ਼ਰੂਰੀ ਹੈਗੇ ਜੀ। ਅਰਤੋਸ਼ ਜੀ, ਤੁਹਾਡੀ ਬਹੁਤ ਬਹੁਤ ਧੰਨਵਾਦ ਹੈ, ਤੁਹਾਡਾ ਬਹੁਤ ਸਮਾਂ ਲਿਆ। ਅਖੀਰ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਅਮਰੀਕਾ ਤੇ ਕੈਨੇਡਾ ਬੈਠੇ, ਕਿਉਂਕਿ ਇੰਨੀ ਦੂਰ ਹੋਣ ਦੇ ਬਾਵਜੂਦ ਇਹ ਪੰਜਾਬ ਉਹਦੀ ਧਰਤੀ ਨਾਲ ਔਰ ਜੋ ਕੁਝ 84 'ਚ ਹੋਇਆ, ਔਰ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਹੁਣ ਨਾ ਗੱਲ ਕੀਤੀ ਗਈ ਫਿਰ ਕਦੇ ਵੀ ਨਹੀਂ ਹੋਏਗੀ, ਤੁਸੀਂ ਹੁਣ ਕੀ ਇਸ ਬਦਲੇ ਹੋਏ ਹਾਲਾਤ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਲਾਂਬਾ ਸਾਹਿਬ, ਇਹ ਗੱਲ ਚੱਲਦੀ ਰਹਿਣੀ ਚਾਹੀਦੀ ਹੈਗੀ, ਇਹਨੂੰ ਮਰਨ ਜਾਂ ਮਿਟਣ ਨਹੀਂ ਦੇਣਾ ਚਾਹੀਦਾ ਹੈਗਾ। ਮੈਨੂੰ ਲੱਗਦਾ ਹੈ ਕਮਿਊਨਿਟੀ ਨੇ ਵੀ 84 ਦੇ ਵਿਕਟਮਸ ਨਾਲ ਜਾਤੀ ਬਹੁਤ ਕੀਤੀ ਹੈਗੀ ਹੈ। ਹਾਂਜੀ, ਕਾਫੀ ਹੱਦ ਤੱਕ ਇਸ ਮਸਲੇ ਨੂੰ ਪੋਲੀਟੀਕਲ ਐਂਡਸ ਲਈ ਇਸਤੇਮਾਲ ਕੀਤਾ ਗਿਆ ਹੈ। ਐਕਚੁਅਲ ਜਸਟਿਸ ਜਾਂ ਵਿਕਟਮਸ ਨੂੰ ਕੰਪਨਸੇਸ਼ਨ ਜਾਂ ਜਸਟਿਸ ਦੋਨੋਂ ਦਿਲਾਉਣ 'ਚ ਕਮਿਊਨਿਟੀ ਦੀ ਵੀ ਕੋਸ਼ਿਸ਼ਾਂ ਜੀ ਕਾਫੀ ਹੱਦ ਤੱਕ ਜਿਹੜੀ ਹੋਣੀ ਚਾਹੀਦੀ ਸੀ ਨਹੀਂ ਰਹੀਆਂ। ਜੀ ਜੀ ਜੀ। ਹੁਣ ਇੰਨਾ ਕੀ ਗੱਲ ਹੈਗੀ ਹੈ ਕਿ ਜਿਹੜੀ ਸੱਚਾਈ ਹੈਗੀ ਹੈ ਉਹਦੇ ਬਾਰੇ ਜਿੰਨੀ ਪਬਲਿਸਿਟੀ ਹੋ ਸਕੇ, ਜਿੰਨਾ ਐਕਸਪੋਜ਼ਰ ਹੋ ਸਕੇ, ਉਨਾ ਹੋਣਾ ਚਾਹੀਦਾ ਹਰ ਪਾਸੇ। ਠੀਕ ਹੈ, ਠੀਕ ਹੈ। ਸੋ ਤਹਿ ਦਿਲੋਂ ਤੁਹਾਡੇ ਅਸੀਂ ਸ਼ੁਕਰਗੁਜ਼ਾਰ ਹਾਂ। ਬਹੁਤ ਬਹੁਤ ਧੰਨਵਾਦ ਹਰਤੋਸ਼ ਜੀ, ਔਰ ਉਮੀਦ ਹੈ ਕਿ ਇਸ ਦੇ ਕੋਈ ਪੋਜ਼ਿਟਿਵ ਨਤੀਜੇ ਨਿਕਲਣਗੇ ਤਾਂ ਕਿ ਸਹੀ ਢੰਗ ਦੇ ਨਾਲ ਜੋ ਇੱਥੋਂ ਦਾ ਵਿਧਾਨ, ਸੰਵਿਧਾਨ ਜਾਂ ਕਨਸਟੀਟਿਊਸ਼ਨ ਜਾਂ ਰੂਲ ਆਫ ਲਾ ਜਿਹੜਾ ਉਹ ਸਹੀ ਮਾਇਨੇ 'ਚ ਅਪਲਾਈ ਹੋਏਗਾ। ਔਰ ਉਹ ਜਿਹੜੀ ਗੱਲ ਤੁਸੀਂ ਇੱਕ ਖਤਰਨਾਕ ਦੱਸਿਆ ਸੀ ਕਿ ਰੁਝਾਨ ਹੈ ਹੈਜੀਮੋਨਿਕ ਪੈਰਾਡਾਈਮ ਆਫ ਮੈਜੋਰਿਟੇਰੀਅਨਿਜ਼ਮ ਦਾ, ਉਹ ਸ਼ਾਇਦ ਹਮੇਸ਼ਾ ਲਈ ਬੰਦ ਹੋਏ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਥੈਂਕ ਯੂ। ਸੋ ਪਿਆਰੇ ਦਰਸ਼ਕੋ, ਬਹੁਤ ਹੀ ਮਹੱਤਵਪੂਰਨ ਗੱਲਬਾਤ ਹਰਤੋਸ਼ ਬਲ ਜੀ ਨੇ ਸਾਡੇ ਨਾਲ ਕੀਤੀ ਔਰ ਉਹਨਾਂ ਦੇ ਤੁਸੀਂ ਵਿਚਾਰ ਸੁਣੇ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਵਿਦਾਸ ਗੁਰੂ ਘਰ ਨੂੰ ਨਿਊਯਾਰਕ ਦੀ ਧਰਤੀ ਤੇ ਬਣਿਆ 25 ਸਾਲ ਪੂਰੇ ਹੋਣ ਜਾ ਰਹੇ ਹਨ। ਇਹ ਮਹਾਨ ਪਵਿੱਤਰ 25ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਵੱਲੋਂ ਆਪ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਹੀ ਪਿਆਰ ਅਤੇ ਸ਼ਰਧਾ ਦੇ ਨਾਲ 2 ਫਰਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ, ਢਾਡੀ ਜਥੇ, ਪ੍ਰਚਾਰਕ ਆਪ ਸਰਬੱਤ ਸੰਗਤਾਂ ਦੀ ਸੇਵਾ ਨਿਭਾਉਣ ਦੇ ਲਈ ਪਹੁੰਚ ਰਹੇ ਹਨ। ਉੱਥੇ ਪੰਥ ਦੇ ਮਹਾਨ ਬੁਲਾਰੇ ਗੁਰੂ ਘਰ ਦਾ 25 ਸਾਲਾਂ ਦਾ ਇਤਿਹਾਸ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝਾ ਕਰਨ ਵਾਸਤੇ ਪਹੁੰਚ ਰਹੇ ਹਨ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਆਪ ਜੀ ਆਪਣੇ ਪਰਿਵਾਰਾਂ, ਦੋਸਤਾਂ, ਮਿੱਤਰਾਂ ਸਹਿਤ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਵਧਾਓ ਔਰ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाथों की अपनी दास्तां होती है, कभी सृष्टि तो कभी विनाश। ये देखती है, कभी ये सहारा तो कभी विश्वास। सदियों से ये खिलाए पीढ़ियों को निवाला, और हर निवाले में हो शक्ति भोग आटा। जब हाथों से खिलानी है 2 वक्त की रोटी तो वो जरूर हो शक्ति भोग आटे से बनी, अपने देश का नंबर 1 आटा। कुनाल ज्वेलर दे गहने, वाह पई वाह क्या कहने। गहणियां नाल भर ले जाओ, घरवाली नूं हूर बनाओ। कुनाल ज्वेलर ते आओ, गहणियां नाल सज तज के बागो बाग हो जाओ। असी तुहाडी पसंद दे 22 ਅਤੇ 24 कैरेट दे कड़े, चेन, कॉइन्स, डायमंड कट बैंगल्स ऑर्डर ते तैयार करते हाँ। गहणियां दी रिपेयर भी इत्थे ही करते हाँ।
ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 7184787200। याद रखो कुनाल ज्वेलर 37-08 74 स्ट्रीट जैक्सन हाइट्स न्यूयॉर्क। ओबामा केयर अनुसार 2014 ਦੇ ਸ਼ੁਰੂ ਤੋਂ ਅਮਰੀਕਨਸ ਲਈ ਹੈਲਥ ਇੰਸ਼ੋਰੈਂਸ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਕੋਈ ਹੈਲਥ ਇਸ਼ੂ ਹੈ ਤਦ ਵੀ ਇੰਸ਼ੋਰੈਂਸ ਕੰਪਨੀ ਵੱਲੋਂ ਇੰਸ਼ੋਰੈਂਸ ਦੇਣ ਲਈ ਤੁਹਾਨੂੰ ਮਨਾ ਨਹੀਂ ਕੀਤਾ ਜਾਏਗਾ। ਪੰਜਾਬ ਇੰਸ਼ੋਰੈਂਸ ਦੇ ਸਰਟੀਫਾਈਡ ਐਡਵਾਈਜ਼ਰ ਤੁਹਾਨੂੰ ਸਹੀ ਅਤੇ ਵਧੀਆ ਪਲਾਨ ਲੈਣ 'ਚ ਪੂਰੀ ਮਦਦ ਕਰਨਗੇ, ਜਿਸ ਦੀ ਕੋਈ ਫੀਸ ਨਹੀਂ ਹੋਏਗੀ। ओबामा केयर ਵਿੱਚ एनरोल ਹੋਣ ਦੀ ਡੈਡਲਾਈਨ 31 ਮਾਰਚ 2014 ਹੈ। ਸੋ ਅਮਰੀਕਾ ਦੇ ਕਿਸੇ ਵੀ ਸ਼ਹਿਰ 'ਚ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ओबामा केयर ਹੈਲਥ ਇੰਸ਼ੋਰੈਂਸ ਕਰਾਉਣ ਲਈ ਪੰਜਾਬ ਇੰਸ਼ੋਰੈਂਸ ਦੇ ਨੰਬਰ ਤੇ ਹੁਣੇ ਕਾਲ ਕਰੋ। अपने देश की सभ्यता, अपने ही लोग, अपनी मातृभूमि आपके पास लाते हुए, अपने देश की हर ग्रोसरी आपका अपना बाजार। Apna Bazaar, cash and carry, with locations in New York and New Jersey. America's favorite fashion store, Sahil. Visit our showrooms in Chicago and New Jersey or online at www.sahil.com. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਵਿਦਾਸ ਗੁਰੂ ਘਰ ਨੂੰ ਨਿਊਯਾਰਕ ਦੀ ਧਰਤੀ ਤੇ ਬਣਿਆ 25 ਸਾਲ ਪੂਰੇ ਹੋਣ ਜਾ ਰਹੇ ਹਨ। ਇਹ ਮਹਾਨ ਪਵਿੱਤਰ 25ਵਾਂ ਸਥਾਪਨਾ ਦਿਵਸ ਸ਼੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਵੱਲੋਂ ਆਪ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਹੀ ਪਿਆਰ ਅਤੇ ਸ਼ਰਧਾ ਦੇ ਨਾਲ 2 ਫਰਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਢਾਡੀ ਜਥੇ ਪ੍ਰਚਾਰਕ ਆਪ ਸਰਬੱਤ ਸੰਗਤਾਂ ਦੀ ਸੇਵਾ ਨਿਭਾਉਣ ਦੇ ਲਈ ਪਹੁੰਚ ਰਹੇ ਹਨ। ਉੱਥੇ ਪੰਥ ਦੇ ਮਹਾਨ ਬੁਲਾਰੇ ਗੁਰੂ ਘਰ ਦਾ 25 ਸਾਲਾਂ ਦਾ ਇਤਿਹਾਸ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝਾ ਕਰਨ ਵਾਸਤੇ ਪਹੁੰਚ ਰਹੇ ਹਨ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਆਪ ਜੀ ਆਪਣੇ ਪਰਿਵਾਰਾਂ ਦੋਸਤਾਂ ਮਿੱਤਰਾਂ ਸਹਿਤ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਵਧਾਓ ਔਰ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। चाय ये सब तुम शाही पुलाव के लिए कर रहे हो ना? बना दो ना प्लीज। 49 साल से रोज यही तो खा रहे हो। श्री लाल महल है तो 49 साल कट गए, वरना 49 दिन भी काटने मुश्किल होते। जाओ, नहीं बनाती मैं तुम्हारा शाही पुलाव। बना दो ना प्लीज डार्लिंग। 49 के 50 भी तो करने हैं। गोल्डन जुबिली मनानी है ना। खुशबूदार लंबे दाने वाला श्री लाल महल एम्पायर बासमती राइस। दादी वाओ, शाही पुलाव। लगता है इस बार दादाजी अपनी एनिवर्सरी नहीं भूले। क्यों? बिल्कुल नहीं भूला। श्री लाल महल एम्पायर बासमती राइस, खिले खिले दाने, खिले खिले आप। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪਨੇ ਹਰਤੋਸ਼ ਬਲ ਸੀਨੀਅਰ ਜਰਨਲਿਸਟ, ਉਹਨਾਂ ਦੇ ਵਿਚਾਰ ਸੁਣੇ, ਉਹਨਾਂ ਦਾ ਵਿਸ਼ਲੇਸ਼ਣ ਆਪਨੇ ਸੁਣਿਆ ਔਰ ਵਾਕਈ ਹੀ ਉਹਨਾਂ ਦੀ ਵਿਸ਼ੇ ਦੇ ਉੱਤੇ ਪਕੜ ਔਰ ਉਸ ਦੇ ਬਾਰੇ ਉਹਨਾਂ ਦਾ ਵਿਸ਼ਲੇਸ਼ਣ ਕਿਸੇ ਲਫ਼ਜ਼ਾਂ ਦੀ ਮੁਹਤਾਜ ਨਹੀਂ, ਪਰ ਉਹਨਾਂ ਨੇ ਸਮਾਂ ਵੀ ਆਪਣੀ ਤਰਫੋਂ ਸਾਨੂੰ ਖੁੱਲ੍ਹ ਕੇ ਦਿੱਤਾ ਹੈ ਔਰ ਲਗਾਤਾਰ ਉਹ ਲਿਖਦੇ ਰਹਿੰਦੇ ਹਨ ਔਰ ਬੜੀ ਬੇਬਾਕੀ ਦੇ ਨਾਲ ਆਪਣੀ ਗੱਲ ਉਹ ਦੱਸਦੇ ਹਨ। ਸੋ ਅਸੀਂ ਉਹਨਾਂ ਦੇ ਵਾਕਈ ਹੀ ਇਸ ਪ੍ਰੋਗਰਾਮ ਵਿੱਚ ਸਮਝਦੇ ਹਾਂ ਕਿ ਕਾਫੀ ਜਾਣਕਾਰੀ ਭਰਪੂਰ ਸੀ। ਤੁਸੀਂ ਸਾਨੂੰ ਜ਼ਰੂਰ ਈਮੇਲ ਕਰੋ ਇਸ ਪ੍ਰੋਗਰਾਮ ਦੇ ਬਾਰੇ ਤੁਹਾਨੂੰ ਕਿਸ ਤਰ੍ਹਾਂ ਲੱਗਾ, ਤਾਂ ਕਿ ਅਸੀਂ ਉਹਨਾਂ ਨੂੰ ਵੀ ਉਹ ਤੁਹਾਡੀ ਇਨਪੁਟ ਜ਼ਰੂਰ ਭੇਜ ਸਕੀਏ ਔਰ
ਦੂਸਰੇ ਪ੍ਰੋਗਰਾਮਾਂ ਨੂੰ ਚੰਗਾ ਬਣਾਉਣ ਵਿੱਚ, ਹੋਰ ਸੁਚੱਜਾ ਬਣਾਉਣ ਵਿੱਚ ਸਾਨੂੰ ਵੀ ਮਦਦ ਮਿਲ ਸਕੇ। ਤੁਸੀਂ ਸਾਨੂੰ ਈਮੇਲ ਕਰੋ lamba@getpunjabi.tv ਔਰ ਇੱਕ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।